मैं हाले भी चैलेंज दिंदा जी, एक क्लॉज दस दो मैनू, कोई तुहाडे से नहीं कह रहा, कोई क्लॉज दस देवे कि कित्थे क्या है कि भी सरकार किसान ਦੀ ਜ਼ਮੀਨ ਕਿਸੇ ਹੋਰ ਨੂੰ ਲੈਣ ਦਾ ਹੱਕ ਦੇਣੀ। ਉਸ ਗੱਲ ਨੂੰ ਕਹਿੰਦੇ ਆ, ਉਸ ਗੱਲ ਨੂੰ ਕਹਿੰਦੇ ਆ ਕਿ ਜੇ ਰੈਵਨਿਊ ਐਕਟ ਦੇ ਹੇਠਾਂ ਹੀ ਤੁਸੀਂ ਵਸੂਲਣੀ ਹੈ, ਵਸੂਲੀ ਕਰਨੀ ਹੈ, ਤੇ ਰੈਵਨਿਊ ਐਕਟ ਦੇ ਅੰਡਰ ਤਾਂ ਫਿਰ ਉਹ ਜ਼ਮੀਨ ਵੀ ਉਹਦੇ ਤੇ ਹੈਗੀ, ਉਹ ਜਿਹੜੀ ਤੁਸੀਂ ਕਬਜ਼ਾ 'ਚ ਲੈ ਸਕਦੇ ਹੋ, ਉਹ ਉਸ ਪੁਆਇੰਟ ਨੂੰ ਕਹਿੰਦੇ ਆ। ਮੈਨੂੰ ਅਗਰ ਪਹਿਲੇ ਦੱਸੇ, ਮੈਂ ਤਿਆਰੀ ਕਰਕੇ ਪੜ੍ਹ ਕੇ ਐਗਜ਼ੈਕਟ ਦੱਸਦਾ, ਪਰ ਮੈਨੂੰ ਮੇਰੀ ਮੈਮਰੀ ਅੱਛੀ ਯਾਦ ਹੈ। ਉਹ ਰਾਜੇਵਾਲ ਹੋਣ, ਉਹ ਜੁਦੜੀ, ਜਿਹੜੇ ਹਰਿਆਣਾ ਵਾਲੇ ਹੈਗੇ ਨੇ, ਉਹ ਹੁਣ ਸਾਰੇ ਵੱਡੇ ਆੜਤੀ ਵੀ, ਸਭ ਨੂੰ ਪਤਾ ਵੱਡੇ ਆੜਤੀ ਅਗਲੇ ਸਾਲ ਚੋਣਾਂ ਜਾ ਕੇ ਚੁਣ ਲੈਣਗੇ ਜੀ। ਇਹ ਕੋਈ ਨਵਾਂ ਫਰੰਟ ਬਣਾਉਣਗੇ ਆਪਣਾ, ਇੱਕ ਉਸ ਫਰੰਟ ਦੇ ਅੰਦਰ ਚੁਣ ਲੈਣਗੇ ਜੀ। ਮੋਰਚੇ ਦੀ ਤੁਸੀਂ ਮੰਗਾਂ ਮੰਨੋ ਨਾ ਮੰਨੋ, ਤੁਹਾਡਾ ਗੱਲਬਾਤ ਨਹੀਂ, ਉਹ ਅਲੱਗ ਗੱਲ ਹੈ, ਪਰ ਇੱਕ ਮਨੁੱਖੀ ਜਾਨਾਂ ਦਾ ਐਡਾ ਵੱਡਾ ਲਾਸ ਹੋ ਰਿਹਾ, ਉਹ ਤੇ ਤੁਸੀਂ ਹਾਂ ਦਾ ਨਾਰਾ ਵੀ ਨਹੀਂ ਮਾਰਿਆ। ਬਿਲਕੁਲ ਨਵਜੋਤ ਸਿੰਘ ਸਿੱਧੂ ਜਿਹੜਾ ਇੱਕ ਵੇਵ ਤੇ ਰਾਈਡ ਕਰਨਾ ਚਾਹੁੰਦਾ ਸੀ, ਉਹ ਵੇਵ ਬਣੀ ਨਹੀਂ ਉਹਦੀ। ਇਸ ਟਾਈਮ ਆਪਾਂ ਗਰਬ ਹੋ ਗਏ। ਸਵੇਰ ਦਾ ਭੁੱਲਿਆ, ਸ਼ਾਮੀ ਮਾਫੀ ਮੰਗ ਕੇ ਘਰ ਵੀ ਆ ਜਾਂਦਾ। ਸਾਡੇ ਚ ਵੀ ਕਈ ਵਾਰ ਆਉਂਦੇ ਲੋਕੀ ਮਾਫੀ ਮੰਗ ਕੇ ਘਰ ਆ ਜਾਂਦੇ ਵਾਪਸ। ਕੀ ਦਿੱਕਤ? ਪਰ ਇੱਕ ਗੱਲ ਮੈਂ ਜਥੇਦਾਰ ਅਕਾਲ ਤਖਤ ਨੂੰ ਨਿਮਾਣਾ ਸਿੱਖ ਹੋ ਕੇ ਹੱਥ ਜੋੜ ਕੇ ਬੇਨਤੀ ਕਰ, ਆਪਕੀ ਜੋ ਟਿੱਪਣੀ ਕਰੋ, ਪਰ ਕਿਰਪਾ ਕਰਕੇ ਉਹ ਜਿਹੜਾ 93 ਲੱਖ ਰੁਪਏ ਦਾ ਐਡ ਐਸਜੀਪੀਸੀ ਨੇ ਖਰਚਿਆ ਸੀ ਰਾਮ ਰਹੀਮ ਦੀ ਮਾਫੀ ਤੋਂ ਬਾਅਦ, ਠੀਕ ਹੈ, ਉਹਦਾ ਹਿਸਾਬ ਵੀ ਮੰਗ ਲੈਣ। ਰਾਮ ਰਹੀਮ ਦੀ ਗੱਲ ਹੈ, ਉਹ ਇੱਕ ਨਾਰਮਲ ਕੋਰਸ ਵਿੱਚ ਉਹਨੂੰ ਪੇਰੋਲ ਮਿਲਿਆ ਹੋਣਾ, ਪਰ ਸਾਡਾ ਕੋਈ ਉਹਦਾ ਕੋਈ ਪੋਲੀਟੀਕਲ ਏਜੰਡਾ ਨਹੀਂ ਹੈ, ਬਿਲਕੁਲ 0% ਪੋਲੀਟੀਕਲ ਏਜੰਡਾ ਹੈ। ਉਹ ਰਿਮੋਟ ਕੰਟਰੋਲ ਕਿਹੜਾ ਸੀ ਜਿਹਦੇ ਬਟਨ ਦੱਬਣ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਮਾਫੀ ਦਿੱਤੀ? ਬਾਬੂਸ਼ਾਹੀ ਟਾਈਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਬਲਜੀਤ ਬੱਲੀ, ਬਾਬੂਸ਼ਾਹੀ ਟਾਈਮ ਤੇ babushaahi.com ਦਾ ਐਡੀਟਰ। ਪੰਜਾਬ ਦਾ ਸਿਆਸੀ ਮਾਹੌਲ ਬੜਾ ਗਰਮ ਹੈ, ਕਿਸਾਨੀ ਮੂਵਮੈਂਟ ਵੀ, ਉਹਦੇ ਵੀ ਬੜੇ ਮੁੱਦੇ ਫੇਰ ਗਰਮ ਹੋਏ ਨੇ, ਤੇ ਪੰਜਾਬ ਦੀ ਸਿਆਸਤ ਦੇ ਵਿੱਚ ਬੀਜੇਪੀ ਦੀ ਜਿਹੜੀ ਸਿਆਸਤ ਹੈ, ਬੀਜੇਪੀ ਦੀ ਪੋਲਿਟਿਕਸ ਹੈ, ਬੀਜੇਪੀ ਦਾ ਰੋਲ ਹੈ, ਉਹ ਵੀ ਬਹੁਤ ਚਰਚਾ 'ਚ ਹੈ ਇਹਨਾਂ ਦੇ ਲਈ। ਤੇ ਇਹਨਾਂ ਮੁੱਦਿਆਂ ਨਾਲ ਸੰਬੰਧਿਤ ਕੁਝ ਸਵਾਲ ਜਵਾਬ ਕਰਨ ਲਈ ਅੱਜ ਅਸੀਂ ਬੁਲਾਇਆ, ਅੱਜ ਅਸੀਂ ਆਪਣੇ ਆਨਲਾਈਨ ਜ਼ੂਮ ਤੇ ਲਿਆ ਬੀਜੇਪੀ ਦੇ ਸੀਨੀਅਰ ਨੇਤਾ ਤੇ ਸਪੋਕਸਪਰਸਨ ਆਰਪੀ ਸਿੰਘ। ਆਰਪੀ ਸਿੰਘ ਬੜੀ ਲੰਬੇ ਸਮੇਂ ਤੋਂ ਸਰਗਰਮ ਨੇ ਬੀਜੇਪੀ 'ਚ, ਤੇ ਉਹਨਾਂ ਦਾ ਚਲੋ ਐਜ਼ ਏ ਟਰਬਨ ਸਿੱਖ ਹੋਣ ਕਰਕੇ ਵੀ, ਪਰ ਪੰਜਾਬ ਨਾਲ ਵੈਸੇ ਵੀ ਸਿੱਧਾ ਵਾਸਤਾ ਵੀ ਬੜਾ ਰਿਹਾ ਕਿ ਉਹ ਪੰਜਾਬ ਦੇ ਵਿੱਚ ਬੀਜੇਪੀ ਦੇ ਜਿਹੜੇ ਕੋ ਇੰਚਾਰਜ ਰਹੇ ਨੇ ਪਾਰਟੀ ਮਾਮਲਿਆਂ ਦੇ, ਜਦੋਂ ਅਰੁਣ ਜੇਤਲੀ ਇੰਚਾਰਜ ਹੁੰਦੇ ਸੀ ਉਹਨਾਂ ਦੇ ਨਾਲ। ਆਰਪੀ ਸਿੰਘ ਜੀ, ਬਹੁਤ ਸਵਾਗਤ ਹੈ। ਮਾਲਿਕ ਗੁਰਫਤਿਹ ਜੀ। ਵੀਕੇਯੂ ਤੇ ਕਿਸਾਨ ਮੋਰਚੇ ਦੇ ਜੋ ਜੁਆਇੰਟ ਕਿਸਾਨ ਮੋਰਚਾ ਹੈ, ਉਹਨਾਂ ਨੇ ਇੱਕ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਤੁਸੀਂ ਇਸ ਚਿੱਠੀ, ਇਸ ਟਾਈਮਿੰਗ ਜਿਹੜੀ ਹੈ, ਇਸ ਚਿੱਠੀ ਲਿਖਣ ਨੂੰ ਉਹਨਾਂ ਦੀ ਕੀ ਕਾਰਵਾਈ ਸਮਝਦੇ ਹੋ, ਤੇ ਇਸ ਦਾ ਮਤਲਬ ਕੀ ਹੈ, ਜਾਂ ਤੇ ਫਿਰ ਇਹਦਾ ਕੀ ਅੱਗੇ ਕੋਈ ਫੋਲੋ ਅਪ ਹੋਏਗਾ? ਦੇਖੋ, 11 ਰਾਉਂਡ ਗੱਲਬਾਤ ਦੇ ਹੋਏ। ਹਾਂਜੀ, ਸਰਕਾਰ ਨੇ ਆਪਣੀ ਪ੍ਰਪੋਜ਼ਲ ਦਿੱਤੀ ਉਹਨਾਂ ਨੂੰ ਕਿ ਅਸੀਂ ਕਾਨੂੰਨ 2 ਸਾਲ ਵਾਸਤੇ ਸਖਤ ਕਰ ਦਿੰਦੇ ਹਾਂ, ਵੀ ਅਸੀਂ ਕਾਨੂੰਨ ਰੋਕ ਦਿੰਦੇ ਹਾਂ 2 ਸਾਲ ਵਾਸਤੇ। ਹਾਂਜੀ, ਔਰ ਆਪਾਂ ਫਿਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਲਾਂਗੇ ਉਸ ਤੋਂ ਬਾਅਦ। ਪਰ ਕਿਸਾਨ ਮੋਰਚੇ ਨੂੰ ਮਨਜ਼ੂਰ ਨਹੀਂ ਸੀ ਜੀ, ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਕਾਨੂੰਨ ਸਖਤ ਕਰਤੇ ਜਾਣ, ਕਾਨੂੰਨ ਰੋਕਤੇ ਜਾਣ ਫਿਲਹਾਲ। ਔਰ ਸੁਪਰੀਮ ਕੋਰਟ ਨੇ ਆਪਣੀ ਕਮੇਟੀ ਵੀ ਬਣਾਤੀ, ਜਿੱਥੇ ਬੜੇ ਕਿੰਤੂ ਪਰੰਤੂ ਹੋਏ। ਉਸ ਤੋਂ ਬਾਅਦ ਇੱਕ ਮੈਂਬਰ ਨੇ ਰਿਜ਼ਾਈਨ ਵੀ ਕਰਤਾ, ਔਰ ਉਹ ਕਮੇਟੀ ਵਾਲੇ ਕੰਮ ਕਰ ਰਹੀ ਹੈ। ਇਹ ਕਿਉਂ ਸਰਕਾਰ ਨੇ ਆਪਣੇ ਉਹਦਾ ਕਈ ਵਾਰ ਗੱਲਬਾਤ ਦਾ ਰਸਤਾ ਖੋਲਿਆ, ਔਰ ਅਗਰ ਉਹਨੇ ਚਿੱਠੀ ਲਿਖੀ ਹੈ ਤੇ ਸਰਕਾਰ ਹੁਣ ਵੀ ਦੁਬਾਰਾ ਗੱਲਬਾਤ ਕਰੇਗੀ। ਸਰਕਾਰ ਵੱਲੋਂ ਗੱਲਬਾਤ ਦੀ ਕੋਈ ਮਨਾਹੀ ਨਹੀਂ ਹੈਗੀ, ਕਿਸੇ ਗੱਲਬਾਤ ਨਹੀਂ ਕਰਾਂਗੇ ਜੀ, ਪਰ ਇਹ ਡਿਪੈਂਡ ਤੇ ਕਰੇਗਾ ਕਿਸਾਨ ਯੂਨੀਅਨ ਉੱਤੇ ਜੀ, ਕਿ ਉਹ ਗੱਲਬਾਤ ਕੀ ਕਰਨਾ ਚਾਹੁੰਦੇ ਨੇ, ਉਹ ਕਿਸ ਲੈਵਲ ਦੀ ਗੱਲ ਕਰਨਾ ਚਾਹੁੰਦੇ ਨੇ, ਔਰ ਉਹ ਕੀ ਗੱਲਬਾਤ ਕਰਨਾ ਚਾਹੁੰਦੇ ਨੇ। ਇਹ ਡਿਪੈਂਡ ਉੱਤੇ ਕਰੇਗਾ, ਕਿਉਂਕਿ ਸਰਕਾਰ ਨੇ ਤੇ ਆਪਣੇ ਵੱਲੋਂ ਕਹਿਤਾ ਵੀ ਅਸੀਂ ਕਾਨੂੰਨ ਰੋਕ ਰਹੇ ਹਾਂ ਫਿਲਹਾਲ। ਨਹੀਂ, ਪਰ ਉਹਨਾਂ ਨੇ ਤਾਂ ਇਹੀ ਉਹਦੇ ਵਿੱਚ ਖੈਰ ਚਿੱਠੀ 'ਚ ਵੀ ਇਹੀ ਲਿਖਿਆ ਕਿ ਅਸੀਂ ਜਿਹੜਾ ਸਾਡੀਆਂ ਮੰਗਾਂ ਤਾਂ ਉਹੀ ਨੇ, ਵੀ ਉਹ ਕਾਨੂੰਨ ਵਾਪਸ ਲਓ ਤੇ ਨਾਲ MSP ਦੀ ਗਰੰਟੀ ਦਿਓ। ਮੇਨ ਉਹਨਾਂ ਦੀਆਂ ਮੰਗਾਂ ਤੇ ਇਹੀ ਨੇ। ਨਹੀਂ, ਫਿਰ ਇਹ ਕੋਈ ਗੱਲਬਾਤ ਦਾ ਸਿਲਸਿਲਾ ਨਹੀਂ ਹੋਣਾ। ਇਹ ਤੇ ਹੈ ਕਿ ਮਾਈ ਵੇ ਜਾਂ ਹਾਈਵੇ, ਸਾਡੀ ਗੱਲ ਮੰਨੋ ਜਾਂ ਫਿਰ ਅਸੀਂ ਜੋ ਕਰਾਂਗੇ। ਮਤਲਬ ਕੋਈ ਵੀ ਦੁਨੀਆ 'ਚ ਕਿਸੇ ਦੀ ਵੀ ਜਦ ਕੋਈ ਗੱਲਬਾਤ ਹੁੰਦੀ ਹੈ
ਤੇ ਕੁਝ ਗੱਲਾਂ ਮੰਨੀ ਜਾਂਦੀਆਂ, ਕੁਝ ਗੱਲਾਂ ਛੱਡੀ ਜਾਂਦੀਆਂ ਨੇ। ਏਦਾਂ ਹੀ ਗੱਲ ਹੁੰਦੀ ਨਹੀਂ, ਕੋਈ ਗੱਲਬਾਤ ਇੱਥੇ ਨਹੀਂ ਹੁੰਦਾ ਕਿ ਅਸੀਂ ਤੈਅ ਕਰ ਲਿਆ ਵੀ ਇਹੀ ਹੋਏਗਾ ਤੇ ਨਹੀਂ ਹੋਏਗਾ। ਇੰਨਾ ਸਾਰਾ ਝੂਠ ਦਾ ਡੰਬਰ ਇਕੱਠਾ ਹੋ ਗਿਆ। ਮੈਂ ਹਾਲੇ ਵੀ ਚੈਲੰਜ ਦਿੰਦਾ ਜੀ, ਇੱਕ ਕਲੌਜ਼ ਦੱਸ ਦਿਓ ਮੈਨੂੰ, ਕੋਈ ਤੁਹਾਡੇ ਸੇ ਨਹੀਂ ਕਹਿ ਰਿਹਾ, ਕੋਈ ਕਲੌਜ਼ ਦੱਸ ਦੇਵੇ ਕਿ ਕਿੱਥੇ ਕਿਹਾ ਗਿਆ ਵੀ ਸਰਕਾਰ ਕਿਸਾਨ ਦੀ ਜ਼ਮੀਨ ਕਿਸੇ ਹੋਰ ਨੂੰ ਲੈਣ ਦਾ ਹੱਕ ਦੇ ਰਹੀ। ਇੱਕ ਕਲੌਜ਼ ਵਿੱਚ ਕਿਧਰੇ ਨਹੀਂ ਹੈਗਾ। ਪਰ ਰੋਜ਼ ਇੱਕ ਝੂਠ ਨੂੰ ਰੋਜ਼ ਬੋਲੀ ਜਾਓ, ਕਿਸਾਨ ਵਿਚਾਰਾ ਭੋਲਾ ਕਿਸਾਨ ਹੈ, ਉਹਨੂੰ ਚਲਾਈ ਜਾਓ। ਦੂਜੀ ਇੱਕ ਬੜੀ ਛੋਟੀ ਗੱਲ ਕਲੀਅਰ ਕਰਨਾ ਤਾਂ ਕਿ ਫਿਰ ਇੱਕ ਇਸ਼ੂ ਕਲੀਅਰ ਹੋ ਜਾਏਗਾ। ਦੂਜੀ ਗੱਲ ਵੀ ਮੰਡੀ ਨਵੀਂ ਆਏਗੀ ਨਹੀਂ ਆਏਗੀ ਤੇ ਲੋਕਲ ਸਰਕਾਰ ਦੇ ਹੱਥ ਚ ਹੈ ਨਾ ਜੀ। ਉੱਥੇ ਸੈਂਟਰਲ ਗਵਰਨਮੈਂਟ ਨੇ ਮੰਡੀ ਉਹਦੀ ਪਰਮਿਸ਼ਨ ਦੇਣੀ, ਪਰ ਕਿਹਨੇ ਪਰਮਿਸ਼ਨ ਦੇਣੀ ਹੈ? ਲੋਕਲ ਗਵਰਨਮੈਂਟ ਨੇ ਦੇਣੀ ਹੈ। ਉਹ ਮਨਾ ਕਰ ਦੇ, ਪੰਜਾਬ ਸਰਕਾਰ ਮਨਾ ਕਰ ਦੇ ਜਾਂ ਜਿਹੜੀ ਸਰਕਾਰ ਹੈ ਉਹ ਮਨਾ ਕਰ ਦੇ ਕਿ ਅਸੀਂ ਮੰਡੀ ਨਹੀਂ ਆਉਣ ਦੇਵਾਂਗੇ, ਗੱਲ ਖਤਮ ਇਸ ਦੀ ਗੱਲ ਜੀ। ਪਰ ਕਹਿੰਦੇ ਨੇ ਝੂਠ ਦੀ ਡੁਗਡੁਗੀ ਰੋਜ਼ ਬਜਾਈ ਜਾਓ ਤੇ ਉਹ ਸੱਚ ਹੋ ਜਾਂਦੀ ਹੈ। ਉਹਦੇ ਚ ਇੱਕ ਪੁਆਇੰਟ ਹੈਗਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਉਹ ਜੀ, ਉਹਦੇ ਚ ਇਹ ਹੈਗਾ ਕਿ ਜਿਹੜਾ ਪੈਸਾ ਜਿਹੜਾ ਜੇ ਫਰਜ਼ ਕਰੋ ਉਹ ਲੈਣਾ ਕਿਸਾਨ ਤੋਂ, ਜੇ ਵਸੂਲ ਕਰਨਾ ਹੋਵੇ ਤਾਂ ਰੈਵਨਿਊ ਐਕਟ ਹੇਠਾਂ ਹੀ ਵਸੂਲ ਕੀਤਾ ਜਾਏਗਾ। ਉਹਦੇ ਚ ਇੱਕ ਸਬ ਕਲੌਜ਼ ਹੈਗੀ ਹੈ। ਤੇ ਜੇ ਰੈਵਨਿਊ ਐਕਟ ਹੇਠਾਂ ਵਸੂਲ ਕੀਤਾ ਜਾਏਗਾ ਤਾਂ ਉਹ ਰੈਵਨਿਊ ਐਕਟ ਦੀਆਂ ਜਿਹੜੀਆਂ ਧਾਰਾਵਾਂ ਨੇ ਉਹ ਸਾਰੀਆਂ ਲਾਗੂ ਹੁੰਦੀਆਂ ਨੇ। ਮਤਲਬ ਉਹ ਉਸ ਗੱਲ ਨੂੰ ਕਹਿੰਦੇ ਆ, ਉਸ ਗੱਲ ਨੂੰ ਕਹਿੰਦੇ ਆ ਕਿ ਜੇ ਰੈਵਨਿਊ ਐਕਟ ਦੇ ਹੇਠਾਂ ਹੀ ਤੁਸੀਂ ਵਸੂਲੀ ਕਰਨੀ ਹੈ ਤੇ ਰੈਵਨਿਊ ਐਕਟ ਦੇ ਅੰਡਰ ਤਾਂ ਫਿਰ ਉਹ ਜ਼ਮੀਨ ਵੀ ਉਹਦੇ ਤੇ ਹੈਗੀ, ਉਹ ਜਿਹੜੀ ਤੁਸੀਂ ਕਬਜ਼ੇ 'ਚ ਲੈ ਸਕਦੇ ਹੋ। ਉਸ ਪੁਆਇੰਟ ਨੂੰ ਕਹਿੰਦੇ ਆ। ਮੈਂ ਬਿਲਕੁਲ ਅੱਛਾ ਪੁਆਇੰਟ ਚੱਕਿਆ। ਉਹਦੇ ਵਿੱਚ ਵੀ ਬੜਾ ਕਲੀਅਰ ਕਰਤਾ। ਮੈਂ ਹੁਣ ਮੈਨੂੰ ਅਗਰ ਪਹਿਲੇ ਦੱਸੇ ਮੈਂ ਤਿਆਰੀ ਕਰਕੇ ਪੜ੍ਹ ਕੇ ਜਦ ਦੱਸਦਾ, ਪਰ ਮੈਨੂੰ ਮੇਰੀ ਮੈਮਰੀ ਅੱਛੀ ਯਾਦ ਹੈ, ਉਹਦੇ ਯਾਦਾਸ਼ਤ ਠੀਕ ਹੈ। ਉਹਦੇ ਚ ਇਹ ਆਖਿਆ ਕਿ ਕਿਸਾਨ ਦੀ ਜ਼ਮੀਨ ਤੇ ਕੋਈ ਹੱਕ ਨਹੀਂ ਹੋਏਗਾ ਜੀ। ਉਸ ਰੈਵਨਿਊ ਐਕਟ ਅੰਦਰ ਵੀ ਕਿਸਾਨ ਦੀ ਖੇਤੀ ਵਾਲੀ ਜ਼ਮੀਨ ਤੇ ਕੋਈ ਹੱਕ ਨਹੀਂ ਹੋਏਗਾ। ਮੈਂ ਬੜਾ ਕਲੀਅਰ ਕਰਦਾ, ਕਿਸਾਨ ਦੀ ਖੇਤੀ ਵਾਲੀ ਜ਼ਮੀਨ ਤੇ ਕੋਈ ਹੱਕ ਨਹੀਂ ਹੋਏਗਾ ਕਿਸੇ ਦਾ ਵੀ। ਜਿਹੜਾ ਕੰਟਰੈਕਟ ਕਰੇਗਾ ਉਹਦਾ ਕੋਈ ਹੱਕ ਨਹੀਂ ਹੋਏਗਾ। ਔਰ ਦੂਜੀ ਗੱਲ ਬੱਲੀ ਜੀ, ਤੁਸੀਂ ਤੇ ਪੁਰਾਣੇ ਪੱਤਰਕਾਰ ਹੋ, ਪੰਜਾਬ ਵਿੱਚ ਇਹ ਕੋਈ ਨਵਾਂ ਹੋ ਰਿਹਾ ਕੰਟਰੈਕਟ ਐਕਟ? ਇਹ ਤੇ ਪਹਿਲੇ ਤਾਂ ਪੰਜਾਬ ਵਿੱਚ ਲਾਗੂ ਹੈ। ਬਸ ਹਾਲੇ ਤੱਕ ਤੇ ਲੌਪਸਾਈਡਡ ਸੀ। ਜਿਹੜਾ ਕੰਟਰੈਕਟ ਕਰਦਾ ਉਹਦੇ ਵਾਸਤੇ, ਅਸੀਂ ਕਰਤਾ ਉਲਟਾ, ਨਹੀਂ ਅਸੀਂ ਕਿਸਾਨਾਂ ਦੇ ਹੱਕ 'ਚ ਕਰਤਾ। ਹਾਲੇ ਤੱਕ ਤੇ ਪੂਰਾ ਉਹ ਜਿਹੜਾ ਠੇਕੇ ਦੇ ਵਾਈ ਦਿੰਦਾ ਸੀ ਉਹਦੇ ਹੱਕ 'ਚ ਸੀ। ਜਿਹੜਾ ਠੇਕੇ ਦਾ ਦੇਖੋ, ਸਰਕਾਰ ਦਾ ਇਸ ਵੇਲੇ ਫੋਕਸ ਬੜਾ ਕਲੀਅਰ ਹੈ ਕਿ ਇਸ ਵੇਲੇ ਕਰੋਨਾ ਦੀ ਲੜਾਈ ਹੈ, ਵੱਡੀ ਲੜਾਈ ਹੈ, ਔਰ ਮਹਾਮਾਰੀ ਦੀ ਲੜਾਈ ਹੈ। ਔਰ ਅਸੀਂ ਤਾਂ ਚਾਹੁੰਦੇ ਹਾਂ ਵੀ ਫਿਲਹਾਲ ਸਾਲ ਡੇਢ ਸਾਲ ਜਦ ਤੱਕ ਲੜਾਈ ਲੜੀ ਜਾਣੀ ਹੈ, ਜਦ तक अपना अंदोलन वापस जान, फिर वापस आ जान। अगर नहीं समझ लगती फिर वापस आए, ਕਿਹੜਾ ਮੁਸ਼ਕਿਲ ਕੰਮ ਹੈ। ਉੱਥੇ ਅੰਦੋਲਨ ਵਾਪਸ ਕਰ ਸਕਦੇ ਨੇ ਜੀ, ਕੋਈ ਰੋਕ ਤੇ ਹੈ ਨਹੀਂ ਕਿਸੇ ਨੂੰ ਜੀ। ਪਰ ਅਸਲ ਵਿੱਚ ਮੈਂ ਤੁਹਾਨੂੰ ਅੱਜ ਬੜਾ ਸਪਸ਼ਟ ਕਹਿ ਰਿਹਾ ਜੀ, ਇਹ ਹੁਣ ਅੰਦੋਲਨ ਇਸ ਕਰਕੇ ਨਹੀਂ ਰਿਹਾ ਕਿ ਕੋਈ ਕਿਸਾਨਾਂ ਦਾ ਹਿੱਤ ਦੀ ਗੱਲ ਹੈ। ਅਗਰ ਜਦ ਅਸੀਂ ਕਿਸਾਨਾਂ ਨੂੰ ਸਿੱਧਾ ਪੇਮੈਂਟ ਦੇ ਰਹੇ ਹਾਂ, ਹੁਣ ਐਤਕੀ ਪਿਛਲੀ ਵਾਰ ਤੋਂ ਜ਼ਿਆਦਾ ਪੇਮੈਂਟ ਗਈ ਕਿਸਾਨਾਂ ਨੂੰ ਸਿੱਧਾ ਖਾਤਿਆਂ 'ਚ, ਆੜਤੀਆਂ ਨੂੰ ਉਹਨਾਂ ਦੇ ਖਾਤੇ ਪੇਮੈਂਟ ਗਈ ਹੈ। ਤੇ ਆੜਤੀ ਤੇ ਸਰਕਾਰ, ਪੰਜਾਬ ਸਰਕਾਰ ਮਿਲ ਕੇ ਇੱਥੇ ਦਬਾਅ ਬਣਾਉਂਦੀ, ਨਹੀਂ ਤੁਸੀਂ ਇਹਨਾਂ ਲਾਗੂ ਕਰੋ। ਵੀ ਤੁਸੀਂ ਕਿਸਾਨ ਦੇ ਪੱਖ ਚੋਂ, ਕਿਸਾਨ ਦੇ ਵਿਰੋਧੀ, ਕਿਸਾਨ ਦੇ ਖਾਤੇ 'ਚ ਸਿੱਧਾ ਪੈਸਾ ਜਾ ਰਿਹਾ। ਔਰ ਵੀ ਡਿਊ ਰਿਗਾਰਡ ਦਿੱਕਤ ਹੈ ਕਿ ਜਿਹੜੇ ਕਿਸਾਨ ਨੇਤਾ ਨੇ, ਇਹਨੇ ਕੋਈ ਕਿਸਾਨ ਨੇਤਾ ਆੜਤੀ ਵੀ ਨਹੀਂ, ਵੱਡੇ ਆੜਤੀ ਵੀ ਨਹੀਂ। ਉਹ ਰਾਜੇਵਾਲ ਹੋਣ, ਉਹ ਚੌਧਰੀ, ਜਿਹੜੇ ਹਰਿਆਣਾ ਵਾਲੇ ਹੈਗੇ ਨੇ, ਉਹ ਹੁਣ ਸਾਰੇ ਵੱਡੇ ਆੜਤੀ ਵੀ, ਸਭ ਨੂੰ ਪਤਾ ਵੱਡੇ ਆੜਤੀ ਵੀ ਨੇ। ਜਿਹੜਾ ਕਿਸਾਨ ਨੇਤਾ ਇੱਕ ਹੋਟਲ ਲੈ ਜਾ ਕੇ, ਜਦ ਪੂਰੀ ਐਜੂਕੇਸ਼ਨ ਚਲਦੀ ਹੈ ਤੇ ਬਿਲ ਰਿਕਾਰਡ 'ਚ ਆ ਕੇ ਨਾ, ਡਾਕੂਮੈਂਟ ਆ ਕੇ ਰਿਕਾਰਡ ਕਿ ਕਿਸੇ ਹੋਟਲ ਲੈ ਜਾ ਕੇ ਰੁਕਦੇ ਸਨ, ਉੱਥੇ ਨਹੀਂ ਰੁਕਦੇ ਸੀ। तो कोई कमी थोड़ा उन्होंने जी। सर की ये लड़ाई हुन मेरे को जो मैनू समझ लगती गल, एक मिनट जो मैनू समझ लगती गल, ये हले अगले साल चोणा तक चलाएंगे जी, पंजाब चोणा तक। अच्छा। और चोने जाके चोन लड़ेंगे जी, अगले साल चोने जाके चोन लड़ेंगे जी। ये कोई नवा फ्रंट बनाएंगे अपना एक, उस फ्रंट के अंदर चोन लड़ेंगे जी। ਚਲੋ ਚੋਣਾਂ ਵੱਲ ਆ ਜਾਈਏ। ਹੁਣ ਉਹਨਾਂ ਨੇ ਇਹ ਵੀ ਕਿਹਾ, ਰਾਜੇਵਾਲ ਨੇ, ਵੀ ਜੇ ਸਾਡੀ 26 ਤਰੀਕ ਤੱਕ 25 ਤੱਕ ਨਾ ਕੋਈ ਗੱਲਬਾਤ ਕੀਤੀ ਤਾਂ ਫਿਰ ਅਸੀਂ ਆਪਣਾ ਅੰਦੋਲਨ ਵੀ ਤੇਜ਼ ਕਰਾਂਗੇ ਤੇ ਜਿਹੜੀਆਂ ਉੱਤਰਾਖੰਡ ਤੇ ਯੂਪੀ ਦੀਆਂ ਹੈਗੀਆਂ ਉਧਰ ਵੱਲ ਨੂੰ ਰਵਾਨਾ ਹੋ ਜਾਏਗਾ, ਉਧਰ ਚੋਣਾਂ, ਕਿਉਂਕਿ ਪੰਜਾਬ ਦੇ ਨਾਲ ਹੀ ਹੋਣੀਆਂ ਚੋਣਾਂ, ਤੇ ਅਸੀਂ ਉਧਰ ਫਿਰ ਉਸੇ ਤਰ੍ਹਾਂ ਹੀ ਉਹਨਾਂ ਨੇ ਸ਼ਬਦ ਬੜਾ ਵਰਤਿਆ ਵੀ ਉਧਰ ਵੀ ਮਾਂਜਾ ਲਾਵਾਂਗੇ ਅਸੀਂ। ਬਿਲਕੁਲ ਲਾਣਾ ਜੀ, ਉਹਨਾਂ ਹੱਕ ਹੈ ਲਾਣ, ਆਪਣਾ ਕਰਨ ਜੋ ਕਰਨ, ਕੋਈ ਰੋਕ ਥੋੜਾ ਹੈ ਜੀ। ਪਰ ਇੱਕ ਗੱਲ ਸਮਝ ਲੈਣ ਜੀ, ਉਹ ਮੇਰੇ ਕੋਲ ਅੱਜ ਤੁਹਾਨੂੰ ਦੱਸਣੇ ਪੜੀ, ਤੁਸੀਂ ਵੀ ਇੱਥੇ ਹੋ, ਸਾਲ ਬਾਅਦ 6 ਮਹੀਨੇ ਬਚੇ, ਸੌਰੀ 6 ਮਹੀਨੇ ਬਾਅਦ ਤੁਸੀਂ ਦੇਖਣਾ ਇਹ ਚੋਣਾਂ ਲੜ ਰਹੇ ਹੋंगे ਸਾਰੇ ਪੰਜਾਬ ਦੇ। यानी जो कई सारे लीडर ने पंजाब में इलेक्शन लड़ रहे होंगे, एक नवा फ्रंट बनेगा पंजाब में। ये पूरे मालवे वाली बेल्ट पूरी नोट कर लेना, जिदा बिहार एक नवा फ्रंट बन के, क्योंकि लेफ्ट पार्टियां हुन
ਬੰਗਾਲ ਤੋਂ ਸਾਫ਼ ਹੋ ਗਿਆ, ਬਿਲਕੁਲ ਸੂਬਾ ਸਾਫ਼ ਹੋ ਗਿਆ ਬੰਗਾਲ ਤੋਂ ਉਹਨਾਂ ਦਾ। ਹੁਣ ਕੇਰਲ ਚ ਬੱਚਿਆਂ ਨੇ ਜਾਂ ਉਹਨਾਂ ਨੇ ਇੱਕ ਨਵਾਂ ਆਪਣੇ ਫਰੰਟ ਐਮਰਜ ਕੀਤਾ ਹੈ ਬਿਹਾਰ ਵਿੱਚ। ਉੱਦਾਂ ਹੀ ਕੋਈ ਨਵਾਂ ਸੰਸਥਾ ਬਣਾਉਣਗੇ, ਆਪਣਾ ਫਰੰਟ ਲੈਫਟ ਵਾਲੇ ਖੜਾ ਕਰਨਗੇ ਔਰ ਉਹ ਇਲੈਕਸ਼ਨ ਲੜਨਗੇ। ਇਹ ਬੜਾ ਸਾਰੀ ਪੰਜਾਬ ਚ ਜਿਹੜੀ ਹੈ ਉੱਥੇ ਇਲੈਕਸ਼ਨ ਲੜਨਗੇ। ਤੁਹਾਡੀ ਅਸੈਸਮੈਂਟ ਇਹ ਹੈ ਵੀ ਉਹ ਚੋਣਾਂ ਲੜਨਗੇ ਕੋਈ ਨਵਾਂ ਗਰੁੱਪ ਬਣਾ ਕੇ, ਤੁਹਾਡਾ ਮਤਲਬ ਇਹ ਹੈ? ਤੇ ਉਹਦੇ ਚ ਬੀਜੇਪੀ, ਪੰਜਾਬ ਦੀ ਬੀਜੇਪੀ ਦਾ ਕੀ ਰੋਲ? ਲੜਨਗੇ ਜੀ। ਪੰਜਾਬ ਦੀ ਬੀਜੇਪੀ ਦਾ ਕੀ ਰੋਲ ਹੋਏਗਾ ਹੁਣ? ਜਦੋਂ ਪਹਿਲਾਂ ਤਾਂ ਅਲਾਇੰਸ ਸੀ ਅਕਾਲੀ ਦਲ ਦਾ, ਹੁਣ ਕੀ ਰੋਲ ਹੋਏਗਾ ਇਸ ਵਾਰੀ ਪੰਜਾਬ ਦੀ ਬੀਜੇਪੀ ਦਾ? ਅਸੀਂ ਆਪਣੀ ਚੋਣਾਂ ਲੜਾਂਗੇ ਜੀ, ਪੂਰੀ ਸੀਟ ਤੇ ਚੋਣ ਲੜਾਂਗੇ, ਡਟ ਕੇ ਲੜਾਂਗੇ ਚੋਣ। ਔਰ ਚਲੋ ਟਾਈਮ ਹਲੇ ਜਿਹੜਾ ਕਿਸਾਨ ਮੋਰਚੇ ਦੇ ਵਿੱਚ 350 ਤੋਂ ਵੱਧ 400 ਦੇ ਮੌਤਾਂ ਹੋਈਆਂ ਕਿਸਾਨਾਂ ਦੀਆਂ। ਮਤਲਬ ਜਦੋਂ ਕਿਤੇ ਥੋੜੀ ਮੋਟੀ ਵੀ ਗੱਲ ਹੁੰਦੀ ਹੈ, ਥੋੜੀਆਂ ਕਿਤੇ ਐਕਸੀਡੈਂਟ ਹੋ ਜਾਂਦਾ ਤੇ ਮਤਲਬ ਇਸ ਗੱਲ ਤੇ ਅਫਸੋਸ ਜ਼ਾਹਰ ਕੀਤਾ ਜਾਂਦਾ, ਦੁੱਖ ਜ਼ਾਹਰ ਕੀਤਾ ਜਾਂਦਾ ਹੈ। ਬੀਜੇਪੀ ਦੀ ਲੀਡਰਸ਼ਿਪ ਔਰ ਉੱਪਰ ਤੱਕ ਜਿਹੜੀ ਪ੍ਰਾਈਮ ਮਿਨਿਸਟਰ ਤੱਕ ਇਸ ਗੱਲ ਤੇ ਕਦੇ ਦੁੱਖ ਇਸ ਤਰ੍ਹਾਂ ਦੀ ਇਜ਼ਹਾਰ ਨਹੀਂ ਹੋਇਆ, ਮਤਲਬ ਕਿ ਇੱਦਾਂ ਦਾ ਕੋਈ ਐ ਹੋਇਆ ਵੀ ਬਹੁਤ ਅਫਸੋਸ ਹੈ ਜੀ ਮੌਤਾਂ ਹੋ ਰਹੀਆਂ, ਮਤਲਬ ਇਸ ਤਰ੍ਹਾਂ ਦਾ ਇਜ਼ਹਾਰ ਬਹੁਤ ਕਈ ਵਾਰੀ ਛੋਟੀਆਂ ਘਟਨਾਵਾਂ ਤੇ ਵੀ ਹੋ ਜਾਂਦਾ, ਪਰ ਇੰਨੀਆਂ ਮੌਤਾਂ ਹੋਈਆਂ। ਚਲੋ ਮੋਰਚੇ ਦੀ ਤੁਸੀਂ ਮੰਗਾ ਮੰਨੋ ਨਾ ਮੰਨੋ, ਤੁਹਾਡਾ ਗੱਲਬਾਤ ਨਹੀਂ, ਉਹ ਅਲੱਗ ਗੱਲ ਹੈ, ਪਰ ਇੱਕ ਮਨੁੱਖੀ ਜਾਨਾਂ ਦਾ ਐਡਾ ਵੱਡਾ ਲਾਸ ਹੋ ਰਿਹਾ ਉਹ ਤੇ ਤੁਸੀਂ ਹਾਂ ਦਾ ਨਾਰਾ ਵੀ ਨਹੀਂ ਮਾਰਿਆ। ਬਿਲਕੁਲ ਮੇਰੇ ਲਗਾਤਾਰ ਕੋਈ ਟਵੀਟ ਆਏ ਨੇ ਔਰ ਮੈਂ ਤੇ ਇੱਕ ਵਾਰ ਬੜਾ ਮਨ ਦੁਖੀ ਹੋ ਕੇ ਪੋਇਮ ਵੀ ਲਿਖੀ ਸੀ, ਕਵਿਤਾ ਵੀ ਲਿਖੀ ਸੀ। ਅੱਛਾ, ਮੈਂ ਭੇਜ ਦਾਂਗਾ, ਤੁਹਾਨੂੰ ਸਪਸ਼ਟ ਹੋ ਜਾਏਗਾ ਕਿ ਹਾਂ ਮੈਂ ਭੇਜ ਦਾਂਗਾ। ਉਹ ਤਿੰਨ ਟਵੀਟਸ ਤੇ ਮਿਲਾ ਕੇ ਇੱਕ ਕਵਿਤਾ ਕੀਤੀ ਸੀ। ਬੜਾ ਮਨ ਉਦਾਸ ਹੋਇਆ ਸੀ ਜਿਸ ਦਿਨ ਮੀਂਹ ਪੈ ਰਿਹਾ ਸੀ ਔਰ ਮੇਰੇ ਕਿਸਾਨ ਲੀਡਰ ਉੱਥੇ ਬੈਠੇ ਸਨ, ਸਰਦੀ ਦਾ ਮੌਸਮ ਸੀ। ਅੱਛਾ, ਪਰ ਬੱਲੀ ਜੀ ਕੋਈ 20,000 ਤੋਂ ਮੌਤਾਂ ਪੰਜਾਬ ਵਿੱਚ ਔਰ ਹਰਿਆਣਾ ਵਿੱਚ ਹੋਈ ਹੈ। ਕੋਈ 13,000 ਤੋਂ ਜ਼ਿਆਦਾ ਲੋਕੀ ਕੋਰੋਨਾ ਕਰਕੇ ਪੰਜਾਬ ਵਿੱਚ ਪੂਰੇ ਹੋਏ ਨੇ ਔਰ ਕੁਝ 7,000 ਤੋਂ ਉੱਤੇ ਮੇਰੇ ਖਿਆਲ ਹਰਿਆਣਾ ਵਿੱਚ ਹੋਏ ਨੇ। ਔਰ ਇਹ ਮੈਂ ਨਹੀਂ ਕਹਿ ਰਿਹਾ, ਸਿਰਫ ਬਾਜਵਾ ਕਹਿੰਦਾ, ਸਿਰਫ ਬਾਜਵਾ ਤੇ ਪੰਜਾਬ ਦਾ ਮੰਤਰੀ ਹੈ, ਉਹ ਬਾਜਵਾ ਸਾਹਿਬ ਕਹਿੰਦੇ ਨੇ ਕਿ ਇੱਕ ਕਾਰਨ ਇਹ ਵੀ ਹੈ ਕਿ ਜਿਹੜਾ ਕਿਸਾਨ ਅੰਦੋਲਨ ਹੈ ਇਹ ਵੀ ਇੱਕ ਵੱਡਾ ਕਾਰਨ ਹੈ ਸਾਡੇ ਚ ਜਿਹੜੇ ਮੌਤਾਂ ਹੋ ਰਹੀਆਂ। ਉਹ ਆਪਣਾ ਬਿਆਨ ਵਾਪਸ ਲੈ ਗਏ ਨੇ। ਮੈਨੂੰ ਸਮਝੇ ਨਹੀਂ, ਉਹ ਏਦਾਂ ਨਾ ਰਾਜਨੀਤੀ ਦਬਾਅ ਕਰਕੇ ਜੋ ਮਰਜ਼ੀ ਕਰੇ, ਪਰ ਇੱਕ ਵਾਰ ਤਾਂ ਉਹਨੇ ਹਕੀਕਤ ਬੋਲੀ ਹੈ। ਹਾਂਜੀ ਹਾਂਜੀ, ਤੇ ਮੈਂ ਚਾਹਾਂਗਾ ਜਿਹੜਾ ਕਿਸਾਨ ਲੀਡਰ ਉਹ ਵੀ ਇਹ ਕਹਿ ਦੇਣ ਇੱਕ ਵਾਰ ਕਿ ਜਿਹੜੀ ਮੌਤਾਂ ਹੋਈਆਂ ਪੰਜਾਬ ਵਿੱਚ ਜਾਂ ਹਰਿਆਣੇ ਚ ਜਾਂ ਰਾਜਸਥਾਨ ਜਾਂ ਯੂਪੀ ਚ, ਜਿਹੜੇ ਅਸੀਂ ਮਹਾਪੰਚਾਇਤਾਂ ਕੀਤੀਆਂ, ਜਿਹੜੇ ਅਸੀਂ ਉਹ ਪ੍ਰਿੰਕਾ ਵਾਡਰਾ ਦੀ ਟਰੈਕਟਰ ਤੇ ਝੂਲੇ ਨੇ ਬੈਠੇ ਸੀ ਨਾ ਚਖੈਰ ਸਾਹਿਬ ਕਾਂਗਰਸ ਦੇ ਟਰੈਕਟਰ ਤੇ ਬੈਠ ਕੇ, ਜਿਹੜੇ ਅਸੀਂ ਝੂਟੇ ਨੇ ਉੱਥੇ ਜਾ ਕੇ ਅਸੀਂ ਅਫਸੋਸ ਜ਼ਾਹਿਰ ਕਰਦੇ ਹਾਂ ਕਿ ਸਾਡੀ ਗਲਤੀਆਂ ਕਰਕੇ ਮੌਤਾਂ ਹੋ ਰਹੀਆਂ ਨੇ ਪੰਜਾਬ ਵਿੱਚ ਔਰ ਹਰਿਆਣਾ ਵਿੱਚ ਔਰ ਰਾਜਸਥਾਨ ਔਰ ਯੂਪੀ ਚ। ਉਹ ਤਾਂ ਖੈਰ ਇਸ ਨੂੰ ਡਿਨਾਈ ਕਰਦੇ ਆ, ਉਹ ਇਹ ਵੀ ਚੈਲੰਜ ਕਰਦੇ ਵੀ ਉੱਥੇ ਕੋਈ ਜਿਹੜੀਆਂ ਕਰੋਨਾ ਨਾਲ ਕੋਈ ਜਿੰਨੀਆਂ ਡੈਥਸ ਹੋਈਆਂ ਕੋਈ ਕਰੋਨਾ ਨਾਲ ਨਹੀਂ ਹੋਈ, ਉਹ ਇਸ ਗੱਲ ਨੂੰ ਕਦੇ ਪੋਸਟਮਾਰਟਮ ਕਰ ਰਾਜੋਵਾਲ ਕਹਿੰਦੇ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਵੀ ਹੋਇਆ, ਇਸ ਗੱਲ ਨੂੰ ਡਿਨਾਈ ਕਰਦੇ ਨੇ। ਚਲੋ ਇਹ ਤਾਂ ਵਿਵਾਦ ਇਹ ਵੀ ਝੂਠ, ਇੱਕ ਮਿੰਟ ਬੱਲੀ ਜੀ, ਇੱਕ ਮਿੰਟ, ਇਹ ਵੀ ਝੂਠ ਬੋਲਦੇ ਨੇ ਕਿ ਸਾਰੀ ਲਾਸ਼ਾਂ ਦਾ ਪੋਸਟਮਾਰਟਮ ਹੋਇਆ, ਇਹ ਵੀ ਝੂਠ ਬੋਲਦੇ ਨੇ। ਇਹ ਕਹਿੰਦੇ 500 ਲੋਕਾਂ ਜਾਂ 300 ਜਿੰਨੇ ਕਿਸਾਨ ਸਾਡੇ ਵੀਰ ਮਾਰੇ ਗਏ ਉੱਥੇ, ਜਿਹਨਾਂ ਦੀ ਡੈਥ ਹੋ ਗਈ, ਮਤਲਬ ਉਹ ਕੋਈ ਇਸ ਕਰਕੇ ਨਹੀਂ, ਉਹਨਾਂ ਕੋਈ ਪੋਸਟਮਾਰਟਮ ਨਹੀਂ ਹੋਇਆ, ਝੂਠ ਬੋਲਦੇ ਨੇ ਇਹ ਗੱਲ ਦਾ। ਚਲੋ ਉਹਨਾਂ ਦਾ ਦਾਵਾ ਇਹ ਕੀਤਾ ਸੀਗਾ, ਮੈਂ ਤਾਂ ਦੇਖੀ ਜੀ ਮੈਂ ਤਾਂ ਕਹਿ ਰਿਹਾ, ਮੈਂ ਤਾਂ ਅੱਛਾ ਚਲੋ ਏਦਾਂ ਕਰ ਬੱਲੀ ਜੀ, ਆਪ ਜੀ ਤੇ ਲਗਾਤਾਰ ਸੰਪਰਕ ਰਹਿੰਦੇ ਹੋ, ਕਿਰਪਾ ਕਰ ਉਹ ਜਿਹੜੇ ਲੋਕੀ ਉੱਥੇ ਜਿਹਨੇ ਡੈਥ ਹੋਈ ਹੈ ਉਹਨਾਂ ਦੇ ਪੋਸਟਮਾਰਟਮ ਰਿਪੋਰਟ ਦਿਖਾ ਦੇਣੀ ਚਾਹੀਦੀ ਜੀ। ਆਪਾਂ ਉਹਨਾਂ ਨੂੰ ਪੁੱਛਾਂਗੇ, ਜ਼ਰੂਰ ਪੁੱਛਾਂਗੇ। ਤੇ ਹੁਣ ਪੰਜਾਬ ਵੱਲ ਆਈਏ, ਪੰਜਾਬ ਦੇ ਚੋਣਾਂ ਦੀ ਤੁਸੀਂ ਗੱਲ ਛੇੜੀ ਲਈ ਸੀ ਵੀ ਇੱਕ ਧਿਰ ਉਹ ਹੋਏਗੀ ਤੇ ਬਾਕੀ ਧਿਰਾਂ ਕਿਹੜੀਆਂ ਹੋਣਗੀਆਂ ਤੇ ਉਹਦੇ ਚ ਬੀਜੇਪੀ ਦਾ ਕੀ ਰੋਲ ਹੋਏਗਾ? ਬੀਜੇਪੀ ਕਿਉਂਕਿ ਪਿਛਲੀ ਵਾਰ ਹੁਣ ਤੱਕ ਤਾਂ ਅਕਾਲੀਆਂ ਨਾਲ ਰਲ ਕੇ ਲੜਦੀ ਸੀ, ਬੀਜੇਪੀ ਦਾ ਕਿਵੇਂ ਲੜੇਗੀ ਚੋਣਾਂ? ਇਕੱਲੀ ਲੜੇਗੀ ਜਾਂ ਕਿਸੇ ਨਾਲ ਰਲ ਕੇ ਲੜੇਗੀ, ਕੋਈ ਅਲਾਇੰਸ ਬਣਾਏਗੀ? ਹਲੇ ਬੱਲੀ ਜੀ ਟਾਈਮ ਹੈ, ਅਸੀਂ ਤਿਆਰੀ ਕਰ ਰਹੇ ਹਾਂ ਔਰ ਅਸੀਂ ਚੋਣਾਂ ਆਪਣੇ ਅਲੱਗ ਲੜਾਂਗੇ ਔਰ ਲੋੜ ਪਏਗੀ ਅਲਾਇੰਸ ਵੀ ਕਰਾਂਗੇ। ਹਲੇ ਥੋੜਾ ਜਲਦੀ ਹੈ, ਮੈਨੂੰ ਲੱਗਦਾ ਹਲੇ 3-4 ਮਹੀਨੇ ਲੱਗਣਗੇ ਔਰ ਉਸ ਤੋਂ ਬਾਅਦ ਗੱਲਬਾਤ ਨਿਕਲੇਗੀ ਕਿ ਅਸੀਂ ਕਿਹਨਾਂ ਅਲਾਇੰਸ ਕਰ ਰਹੇ ਹਾਂ। ਪਰ ਅਸੀਂ ਚੋਣਾਂ ਸੁਨਿਸ਼ਚਿਤ ਲੜਾਂਗੇ, ਡਟ ਕੇ ਚੋਣਾਂ ਲੜਾਂਗੇ। ਅਸੀਂ ਮੈਦਾਨ ਤੋਂ ਨੱਠਣ ਵਾਲੇ ਨਹੀਂ ਔਰ ਖੂਬ ਡਟ ਕੇ ਚੋਣਾਂ ਲੜਾਂਗੇ। ਤੁਹਾਨੂੰ ਵੇਖੇਗਾ ਕਿ ਬੀਜੇਪੀ ਨੇ ਪੂਰੇ ਦਮਖਮ ਨਾਲ ਚੁਣਾਵ ਪੰਜਾਬ ਹੀ ਲੜੇ। ਉਹਦੇ ਚ ਪਿਛਲੇ ਦਿਨਾਂ ਚ ਜਿਹੜੀ ਬੀਜੇਪੀ ਦੇ ਲੋਕਲ ਇੱਥੇ ਲੀਡਰ ਨੇ, ਪੰਜਾਬ ਦੇ ਲੀਡਰ ਨੇ, ਉਹ ਇਹ ਗੱਲ ਕੁਛ ਆਵਾਜ਼ਾਂ ਆਉਂਦੀਆਂ ਨੇ ਵੀ ਅਸੀਂ ਦਲਿਤ ਜਿਹੜਾ ਚੀਫ ਮਿਨਿਸਟਰ ਹੈ, ਅਸੀਂ ਉਹਦਾ ਨਾਅਰਾ ਫਲੋਟ ਕੀਤਾ ਗਿਆ ਕੁਛ ਇੰਡੀਵਿਜੂਅਲ ਲੀਡਰਾਂ ਵੱਲੋਂ
ਤੇ ਹੇਠਲੇ ਵੀ ਕੁਝ ਲੀਡਰ ਤੁਹਾਡੇ ਉੱਪਰਲੇ ਵੀ ਕੁਝ ਇਹ ਗਾਹੇ ਬਗਾਹੇ ਗੱਲਾਂ ਕਰਦੇ ਨੇ, ਜਦ ਕਹਿੰਦੇ ਨੇ ਕਿ ਅਸੀਂ ਦਲਿਤ ਜਿਹੜਾ ਚੀਫ ਮਿਨਿਸਟਰ ਬਣਾਉਣ ਦੇ ਹੱਕ 'ਚ ਹਾਂ, ਕਿ ਅਸੀਂ ਉਹਦੇ ਲਈ ਕੰਪੇਨ ਕਰ ਰਹੇ। ਕੀ ਇਹ ਕੋਈ ਅਫੀਸ਼ੀਅਲ ਫੈਸਲਾ ਹੈ ਜਾਂ ਕਿ ਵਿਅਕਤੀਗਤ ਰਾਏ ਹੀ ਹੈ ਜੇ ਲੀਡਰਾਂ ਦੀ? ਦੇਖੋ ਏਦਾਂ ਹੈ ਕਿ ਮੈਂ ਇੱਕ ਬਿਆਨ ਦਿੱਤਾ ਸੀ, ਮੈਂ ਆਪ ਜੀ ਨੂੰ ਧਿਆਨ ਦਿਲਾਵਾਂ, ਸੁਖਬੀਰ ਨੇ ਆਖਿਆ ਸੀ ਕਿ ਮੈਂ ਅਗਰ ਨੈਕਸਟ ਟਾਈਮ ਸੀਐਮ ਬਣਾਂਗਾ ਤੇ ਮੈਂ ਆਪਣੇ ਨਾਲ ਦਲਿਤ ਡਿਪਟੀ ਸੀਐਮ ਬਣਾਵਾਂਗਾ। ਹਾਂਜੀ ਹਾਂਜੀ। ਤੇ ਮੇਰਾ ਬਿਆਨ ਆਇਆ ਸੀ ਕਿ 2 ਵਾਰ ਇਹੋ ਜਿਹਾ ਮੌਕਾ ਆਇਆ ਸੀ, ਚੌਧਰੀ ਸੋਨਾ ਰਾਮ ਔਰ ਚੁਨੀਲਾਲ ਭਗਤ ਜੀ, ਅਸੀਂ ਦੋਨਾਂ ਦੀ ਪ੍ਰਪੋਜ਼ਲ ਦਿੱਤੀ ਸੀ ਕਿ ਇਹਨਾਂ ਦੋਨੋਂ ਡਿਪਟੀ ਸੀਐਮ ਬਣਾਇਆ ਜਾਏ ਜੀ। ਔਰ ਸੁਖਬੀਰ ਬਾਦਲ ਨੇ ਵੱਡੇ ਬਾਦਲ ਸਾਹਿਬ ਨੂੰ ਮਨਾ ਕਰਤਾ ਕਿ ਮੈਂ ਤੇ ਨਹੀਂ ਲਵਾਂਗਾ ਡਿਪਟੀ ਸੀਐਮ। ਹਾਲਾਂਕਿ ਇੱਕ ਜਗ੍ਹਾ ਤੇ ਇਹੋ ਜਿਹਾ ਵੀ ਮਾਮਲਾ ਸੀ ਜਿੱਥੇ ਸਾਡੇ ਬਿਨਾਂ ਸਰਕਾਰ ਨਹੀਂ ਬਣਦੀ ਸੀ। ਸਾਡੀ 19 ਸੀਟਾਂ ਸਨ, ਉਹਨਾਂ ਦੀ ਸ਼ਾਇਦ 44 ਸੀਟਾਂ ਸਨ, ਮੈਨੂੰ ਜਿਸ ਤਰ੍ਹਾਂ ਯਾਦ ਹੈ। ਤੇ ਅਗਰ ਅਸੀਂ ਸਰਕਾਰੀ ਭਾਗੀਦਾਰੀ ਨਾ ਕਰਦੇ ਸਰਕਾਰ ਨਹੀਂ ਬਣਦੀ ਸੀ। ਪਰ ਉਹਨੇ ਮਨਾ ਕਰਤਾ ਕਿ ਅਸੀਂ ਡਿਪਟੀ ਸੀਐਮ ਮੈਂ ਸਿਰਫ ਆਪਣੇ ਬੇਟੇ ਨੂੰ ਬਣਾਵਾਂਗਾ, ਮੈਂ ਦੂਜੇ ਨੂੰ ਬਣਾਵਾਂਗਾ ਜੀ। ਅਸੀਂ ਰਿਕੁਐਸਟ ਵੀ ਕੀਤੀ ਕਿ ਇੱਕ ਸ਼ਡਿਊਲ ਕਾਸਟ ਬਣਾ ਦਿਓ ਜੀ, ਦੋਨੋਂ ਜਾਤੀ ਜੋ ਨੇ ਬਣਾ ਦਿਓ, ਨਹੀਂ ਮੰਨੇ। ਤੇ ਉਸ ਗੱਲ ਤੇ ਮੈਂ ਰਿਐਕਸ਼ਨ ਕੀਤਾ ਸੀ ਸੁਖਬੀਰ ਦੀ। ਉਸ ਤੋਂ ਬਾਅਦ ਪੰਜਾਬ ਦੇ ਖਾਸ ਸਾਡੇ ਕੁਝ ਲੀਡਰ ਨੇ ਜ਼ਰੂਰ ਬਿਆਨ ਕੀਤਾ, ਔਰ ਕੋਈ ਇਹਦੀ ਕੋਈ ਮਾੜੀ ਗੱਲ ਨਹੀਂ ਜੀ। ਕੋਈ ਪੰਜਾਬ ਦਾ ਕੋਈ ਜ਼ਰੂਰੀ ਨਹੀਂ ਕਿ ਇੱਕੋ ਕਮਿਊਨਿਟੀ ਤੋਂ ਹੋਏ, ਕੋਈ ਵੀ ਹੋ ਸਕਦਾ ਹੈ। ਸਾਡਾ ਸੀਐਮ ਕੈਂਡੀਡੇਟ ਕੋਈ ਵੀ ਹੋ ਸਕਦਾ ਹੈ, ਉਹਦੇ ਚ ਕੋਈ ਮਜ਼ਹਬੀ ਸਿੱਖ ਵੀ ਹੋ ਸਕਦਾ ਹੈ, ਕੋਈ ਅਦਰਵਾਈਜ਼ ਵੀ ਹੋ ਸਕਦਾ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਕੋਈ ਸਾਡੇ ਤੋਂ ਪਰ ਇਹੋ ਜਿਹੀ ਕੋਈ ਹਾਲੇ ਕੋਈ ਪਾਲਿਸੀ ਤੈਅ ਨਹੀਂ ਹੋਈ, ਪਰ ਇਹ ਓਪਨ ਐਂਡ ਹੈਗਾ, ਇਹ ਓਪਨ ਐਂਡ ਮਾਮਲਾ ਹੈ। ਕੋਈ ਅੱਛਾ ਚਿਹਰਾ ਹੋਏਗਾ, ਕੋਈ ਅੱਛਾ ਲੀਡਰ ਸਾਡਾ ਨਿਕਲ ਕੇ ਆ ਜਾਏਗਾ। ਹੈਗੇ ਨੇ, ਮੈਂ ਨਾਮ ਨਹੀਂ ਲੈ ਰਿਹਾ, ਪਰ ਹੈਗੇ ਨੇ, ਅਸੀਂ ਪ੍ਰੋਜੈਕਟ ਕਰ ਸਕਦੇ ਹਾਂ ਕਿਸੇ ਨੂੰ ਐਜ਼ ਏ ਸੀਐਮ। ਕਿਉਂਕਿ ਹੁਣ ਤੱਕ ਤਾਂ ਰਵਾਇਤ ਜੱਟ ਸਿੱਖ ਚੀਫ ਮਿਨਿਸਟਰ ਦੀ ਰਹੀ ਹੈ ਨਾ ਬਹੁਤੀ ਪੰਜਾਬ ਦੇ ਵਿੱਚ, ਹੁਣ ਤੱਕ ਤਾਂ ਇਹੀ ਰਹੀ ਹੈ ਨਾ, ਜਦ ਭਾਵੇਂ ਅਕਾਲੀਆਂ ਦਾ ਭਾਵੇਂ ਕਾਂਗਰਸ ਦਾ ਹੋਏ ਜੀ। ਚਲੋ ਰਵਾਇਤਾਂ ਟੁੱਟਦੀਆਂ ਵੀ ਨੇ, ਨਵੀਂ ਰਵਾਇਤਾਂ ਬਣਦੀਆਂ ਵੀ ਨੇ, ਔਰ ਨਵੇਂ ਚਿਹਰੇ ਆਂਦੇ ਵੀ ਨੇ। ਜਿਹੜਾ ਆਦਮੀ ਪੰਜਾਬ ਦਾ ਭਲਾ ਕਰ ਸਕੇ, ਜਿਹੜਾ ਪੰਜਾਬ ਦੀ ਸੋਚ ਰੱਖਦਾ ਹੋਏ, ਜਿਹੜਾ ਪੰਜਾਬ ਦੇ ਨੌਜਵਾਨ ਵਾਸਤੇ ਰੋਜ਼ਗਾਰ ਦੀ ਸੋਚ ਰੱਖਦਾ ਹੈ, ਪੰਜਾਬ ਦੇ ਨੌਜਵਾਨ ਨੂੰ ਨਸ਼ੇ ਤੋਂ ਬਾਹਰ ਕਰਨ ਦੀ ਸੋਚ ਰੱਖਦਾ ਹੈ, ਜਿਹੜਾ ਪੰਜਾਬ ਵਾਸਤੇ ਫਿਊਚਰਿਸਟਿਕ ਪ੍ਰੋਗਰੈਸਿਵ ਏਜੰਡਾ ਲੈ ਕੇ ਆ ਸਕਦਾ ਹੈ, ਉਹ ਲੀਡਰ ਹੋਣਾ ਚਾਹੀਦਾ। ਕਿਉਂਕਿ ਹੋਇਆ ਰੱਖਿਆ ਕਿ ਸਾਡੇ ਇੱਥੇ ਸੌਵਾਂ ਤੇ ਬੜੇ ਲੋਕੀ ਚੱਕਦੇ ਨੇ, ਸਾਡੇ ਇੱਥੇ ਗੁਟਕਾ ਸਾਹਿਬ ਫੜ ਕੇ ਸੌਵਾਂ ਵੀ ਚੱਕੀ ਜਾਂਦੀਆਂ ਨੇ, ਔਰ ਬੜੇ ਵੱਡੇ ਨਾਰੇ ਲਾਏ ਜਾਂਦੇ ਨੇ ਗੁਟਕਾ ਸਾਹਿਬ ਫੜ ਕੇ। ਮੈਂ ਤਾਂ ਕਈ ਵਾਰ ਸੋਚਦਾ ਕਿ ਕਿੱਦਾਂ ਦੇ ਸਿੱਖ ਨੇ ਜਿਹੜਾ ਗੁਟਕਾ ਸਾਹਿਬ ਫੜ ਕੇ ਸੌਵਾਂ ਚੱਕ ਕੇ ਭੁੱਲ ਜਾਵਣ। ਮੈਂ ਤਾਂ ਸਮਝਦਾ ਕੌਮ ਕਿੱਦਾਂ ਉਹਨਾਂ ਨੂੰ ਬੇਰ ਕਰਦੀ ਹੈ ਜੀ। ਜਿਹੜੀ ਇਹ ਹੈਗਾ ਸੀ ਕਿ ਤੁਸੀਂ ਦੂਜੀਆਂ ਪਾਰਟੀਆਂ ਚੋਂ ਵੀ ਕੋਈ ਕਰੋਗੇ, ਜਿਵੇਂ ਤੁਸੀਂ ਹਰਿਆਣੇ 'ਚ ਚੌਧਰੀ ਬਰਿੰਦਰ ਸਿੰਘ ਵਰਗੇ ਨੇਤਾ ਜਿਹੜੇ ਤੋੜ ਕੇ ਆਪਣੇ ਨਾਲ ਲਾ ਲਏ ਸੀ, ਕੋਈ ਹਰਿਆਣੇ ਜਿਹੜਾ ਐਕਸਪੈਰੀਮੈਂਟ ਕੀਤਾ ਸੀ ਤੁਸੀਂ, ਕੋਈ ਏਦਾਂ ਦਾ ਪੰਜਾਬ 'ਚ ਵੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ? ਕੋਈ ਦੂਸਰੀਆਂ ਪਾਰਟੀਆਂ ਜਿਹੜੇ ਲੀਡਰ ਜਾਂ ਬੰਦੇ ਤੋੜਨ ਦੀ ਕੋਈ ਜਾਂ ਆਫਰਾਂ ਯਾਰ ਆ ਰਹੀਆਂ ਹੁਣ ਤੁਹਾਨੂੰ? ਬੱਲੀ ਜੀ ਥੋੜਾ ਜਲਦੀ ਹੈ। ਨਹੀਂ, ਸਾਡੇ ਕੋਲ ਤਾਂ ਬਹੁਤ ਲੋਕੀ ਮਿਲਦੇ ਨੇ, ਸਾਨੂੰ ਬਹੁਤ ਲੋਕੀ ਗੱਲ ਕਰਦੇ ਨੇ। ਈਵਨ ਕਾਂਗਰਸ ਦੇ ਕੁਝ ਆਗੂ ਲੋਕੀ ਉਹ ਵੀ ਮਿਲਦੇ ਨੇ, ਇਹੋ ਜਿਹੀ ਗੱਲ ਨਹੀਂ ਹੈਗੀ। ਅੱਛਾ, ਜਿਹੜੇ ਕਾਂਗਰਸ ਦੇ ਆਗੂ ਵੀ ਮਿਲਦੇ ਨੇ, ਮੈਨੂੰ ਪਰਸਨਲੀ ਵੀ ਮਿਲਦੇ ਨੇ, ਗੱਲ ਹੁੰਦੀ ਹੈ। ਪਰ ਹਲੇ ਥੋੜਾ ਜਲਦੀ ਹੈ ਜੀ, ਹਲੇ ਥੋੜਾ ਵੇਟ ਕਰੋ, ਠੀਕ ਟਾਈਮ ਆਉਣ ਤੇ ਗੱਲ ਕਲੀਅਰ ਹੋਏਗੀ। ਕਿਉਂਕਿ ਜਿਹੜਾ ਪੰਜਾਬ ਵਾਸਤੇ ਅੱਛਾ ਏਜੰਡਾ ਹੈ, ਪੋਜ਼ਿਟਿਵ ਏਜੰਡਾ ਹੈ, ਅੱਜ ਵਿਦ ਡਿਊ ਰਿਗਾਰਡਸ ਜੋ ਕੰਮ ਮੋਦੀ ਜੀ ਨੇ ਕਰਤਾ ਕਿ ਕਿਸਾਨਾਂ ਦੇ ਸਿੱਧਾ ਖਾਤੇ 'ਚ ਪੈਸਾ ਜਾਏਗਾ ਜੀ, ਇਹ ਅੱਜ ਨਹੀਂ ਰਿਅਲਾਈਜ਼ ਹੋ ਰਿਹਾ ਜੀ। ਜਦ 2-4 ਵਾਰ 5 ਵਾਰ ਪੈਸਾ ਸਿੱਧਾ ਖਾਤੇ ਜਾਣਾ ਸ਼ੁਰੂ ਹੋ ਜਾਏਗਾ ਨਾ ਜੀ, ਤਦ ਰਿਅਲਾਈਜ਼ ਹੋਏਗਾ ਕਿ ਅਸੀਂ ਠੀਕ ਕੀਤਾ ਹੈ, ਗਲਤ ਕੀਤਾ। ਪੰਜਾਬ ਦੀ ਜਿਹੜੀ ਹੁਣ ਕਾਂਗਰਸ ਹੈ ਉਹਦੇ ਵਿੱਚ ਬੜੀ ਉਥਲ ਪੁਥਲ ਹੋ ਰਹੀ ਹੈ, ਤੇ ਜਿਹਦੇ ਨਾਲ ਉਹਦੇ 'ਚ ਨਵਜੋਤ ਸਿੱਧੂ ਜਿਹੜਾ ਉਹ ਇੱਕ ਅਹਿਮ ਕਰੈਕਟਰ ਹੈ, ਜਿਹੜੇ ਕਿ ਤੁਹਾਡੀ ਪਾਰਟੀ 'ਚ ਰਹੇ ਨੇ। ਜਿਹੜੀ ਤੁਸੀਂ ਇਹਦੇ ਬਾਰੇ ਕਿਵੇਂ ਲੈਂਦੇ ਹੋ, ਜਿਹੜੀ ਪੰਜਾਬ ਦੀ ਕਾਂਗਰਸ ਦੇ ਅੰਦਰ ਹੁਣ ਉਥਲ ਪੁਥਲ ਹੋ ਰਹੀ ਹੈ, ਜਾਂ ਮਤਲਬ ਉਹਦੇ ਟਸਲ ਚੱਲ ਰਹੀ ਹੈ ਜਿਹੜੀ, ਉਸ ਨੂੰ ਕਿਵੇਂ ਅੰਗਦੇ ਹੋ ਤੁਸੀਂ? ਦੇਖੋ, ਇਹ ਕਾਂਗਰਸ ਦੀ ਪੰਜਾਬ ਦੀ ਉਥਲ ਪੁਥਲ ਨਹੀਂ, ਇਹ ਕਾਂਗਰਸ ਪਾਰਟੀ ਦੀ ਉਥਲ ਪੁਥਲ ਹੈ। ਅੱਛਾ, ਕਾਂਗਰਸ ਪਾਰਟੀ 'ਚ ਜਿਹੜੇ ਲੋਕੀ ਰਾਹੁਲ ਗਾਂਧੀ ਨਾਲ ਐਫੀਲੀਏਸ਼ਨ ਰੱਖਦੇ ਨੇ, ਕੁਝ ਲੋਕੀ ਸੋਨੀਆ ਗਾਂਧੀ ਨਾਲ ਐਫੀਲੀਏਸ਼ਨ, ਜਿਹੜੇ 23 ਲੋਕਾਂ ਨੇ ਚਿੱਠੀ ਲਿਖੀ ਕਾਂਗਰਸ ਵਿੱਚ ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਨੂੰ, ਕਹਿ ਕੇ ਕਿ ਕਾਂਗਰਸ ਵਿੱਚ ਇੰਟਰਨਲ ਡੈਮੋਕ੍ਰੇਸੀ ਨਹੀਂ ਹੈਗੀ। ਚਾਕੋ ਨੇ ਚਿੱਠੀ ਲਿਖੀ, ਉੱਥੇ ਚਾਕੋ ਛੱਡ ਕੇ ਚਲਾ ਗਿਆ ਕੇਰਲ 'ਚ ਇਲੈਕਸ਼ਨ ਤੋਂ ਪਹਿਲੇ, ਜਿਹੜਾ ਵੱਡਾ ਲੀਡਰ ਸੀ ਕੇਰਲ ਦਾ, ਕਹਿ ਕੇ ਕਿ ਪਾਰਟੀ 'ਚ ਇੰਟਰਨਲ ਡੈਮੋਕ੍ਰੇਸੀ ਨਹੀਂ ਹੈਗੀ। ਇਹ ਸਾਰੀ ਲੜਾਈ ਉੱਥੇ ਚੱਲ ਰਹੀ।
ਕੈਪਟਨ ਸਾਹਿਬ ਦਾ ਸਭ ਨੂੰ ਪਤਾ, ਅਲਾਇੰਸ ਸਭ ਨੂੰ ਪਤਾ ਕਿ ਉਹਨਾਂ ਦੀ ਐਫੀਲੀਏਸ਼ਨ ਸੋਨੀਆ ਗਾਂਧੀ ਨਾਲ ਹੈਗੀ, ਸੋਨੀਆ ਗਾਂਧੀ ਦੇ ਨਜ਼ਦੀਕੀ ਨੇ। ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਔਰ ਪ੍ਰਿयंका ਵਾਡਰਾ ਦੇ ਨਜ਼ਦੀਕੀ ਨੇ, ਸਭ ਨੂੰ ਪਤਾ ਹੈ। ਹੁਣ ਉਹ ਟਸਲ ਤੇ ਉੱਥੇ ਚੱਲ ਰਹੀ ਹੈ, ਉੱਥੇ ਹੀ ਜਦ ਤੱਕ ਉਹ ਨੈਸ਼ਨਲ ਲੈਵਲ ਤੇ ਇਹਨਾਂ ਦਾ ਟਸਲ ਸੈਟਲ ਨਹੀਂ ਹੋਏਗਾ, ਇਹ ਟਸਲ ਪੰਜਾਬ ਵਿੱਚ ਚੱਲੇਗਾ। ਨਵਜੋਤ ਸਿੰਘ ਸਿੱਧੂ ਨੂੰ ਲੱਗਦਾ ਸੀ ਕਿ ਇਹ ਜਿਹੜਾ ਇਲੈਕਸ਼ਨ ਚੱਲ ਰਿਹਾ ਬਿਹਾਰ ਦਾ, ਬੰਗਾਲ ਦਾ, ਇੱਥੇ ਕੇਰਲ ਦਾ, ਇੱਥੇ ਕਾਂਗਰਸ ਅੱਛਾ ਕਰੇਗੀ, ਰਾਹੁਲ ਗਾਂਧੀ ਗੁੱਡੀ ਚੜ ਜਾਏਗੀ ਤੇ ਮੈਂ ਵਾਪਸ ਘੋੜੀ ਚੜ ਜਾਵਾਂਗਾ। ਪਰ ਉਹ ਗੱਲ ਹੋਈ ਨਹੀਂ ਜੀ। ਸੱਚ ਹੈਗਾ ਕਿ ਮੂੰਹ ਦੀ ਖਾਣੀ ਪਈ, ਸਾਫ ਬਿਲਕੁਲ ਸੁਫੜਾ ਸਾਫ ਹੋ ਗਿਆ, ਕੇਰਲ ਵਿੱਚ ਸੁਫੜਾ ਸਾਫ ਹੋ ਗਿਆ, ਬੰਗਾਲ ਵਿੱਚ ਬਿਲਕੁਲ ਨੀਲ ਬਟਾ ਨੀਲ ਹੋ ਗਿਆ ਮਾਮਲਾ। ਅੱਜ ਹੁਣ ਮੈਨੂੰ ਲੱਗਦਾ ਅਗਲੇ 50 ਸਾਲ ਤੱਕ ਬੰਗਾਲੀ ਕੋਈ ਕਾਂਗਰਸ ਦਾ ਨਾਮ ਲਵੇਗਾ, ਖਤਮ ਹੋ ਗਿਆ ਕਾਂਗਰਸ ਦਾ। ਹੁਣ ਬੀਜੇਪੀ ਵਰਸਸ TMC ਰਹੇਗਾ ਉੱਥੇ। ਏਦਾਂ ਹੀ ਜਿਹੜਾ ਬਾਕੀ ਬਿਹਾਰੀ ਚ ਹੋਇਆ ਮਾਮਲਾ, ਉੱਥੇ ਵੀ ਸੁਫੜਾ ਸਾਫ ਹੋ ਗਿਆ। ਇੱਕ ਮਿੰਟ ਮੈਂ ਇੱਕ ਤੇ ਇਸ ਕਰਕੇ ਉਹ ਜਿਹੜਾ ਨਵਜੋਤ ਸਿੰਘ ਸਿੱਧੂ ਜਿਹੜਾ ਇੱਕ ਵੇਵ ਤੇ ਰਾਈਡ ਕਰਨਾ ਚਾਹੁੰਦਾ ਸੀ, ਉਹ ਵੇਵ ਬਣੀ ਨਹੀਂ ਉਹਦੀ, ਇਸ ਕਰਕੇ ਮਾਮਲਾ ਗੜਬੜ ਹੋ ਗਿਆ ਜੀ। ਪਰ ਮੈਂ ਇੱਕ ਪਿਛਲੇ ਦਿਨ ਆਖਿਆ ਵੀ ਸੀ ਕਿ ਦੇਖੋ ਰਾਜਨੀਤੀ ਚ ਸਾਰੇ ਰਸਤੇ ਖੁੱਲੇ ਨੇ, ਉਹ ਰਸਤੇ ਨਵਜੋਤ ਸਿੰਘ ਸਿੱਧੂ ਵਾਸਤੇ ਵੀ ਖੁੱਲੇ। ਸਵੇਰ ਦਾ ਭੁੱਲਿਆ ਸ਼ਾਮੀ ਮਾਫੀ ਮੰਗ ਕੇ ਘਰ ਵੀ ਆ ਜਾਂਦਾ। ਸਾਡੇ ਚ ਵੀ ਕਈ ਵਾਰ ਆਂਦੇ ਲੋਕੀ ਮਾਫੀਆਂ ਮੰਗ ਕੇ ਘਰ ਆ ਜਾਂਦੇ ਨੇ ਵਾਪਸ, ਕੀ ਦਿੱਕਤ ਹੈ? ਮੈਂ ਇਹ ਸਵਾਲ ਕਰਨਾ ਸੀ ਵੀ ਤੁਸੀਂ ਜੇ ਉਹ ਆਉਣਾ ਚਾਹੇ ਤਾਂ ਆਉਣ ਲੈਣ ਨੂੰ ਤਿਆਰ ਹੋ? ਰਾਜਨੀਤੀ ਦੇ ਹਰ ਪੱਖੋਂ ਚੈਪਟਰ ਖੁੱਲੇ ਜੀ। ਮੈਂ ਅੱਜ ਨਹੀਂ ਕਹਿ ਸਕਦਾ, ਜਦੋਂ ਕੱਲ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਕਲਿਆਣ ਸਿੰਘ ਜੀ ਜਾ ਕੇ ਵਾਪਸ ਆ ਗਏ ਸਨ, ਮੂੰਹ ਵਾਰਤੀ ਜਾ ਕੇ ਵਾਪਸ ਆ ਗਏ ਸੀ, ਬਦਲਾ ਖੁਰਾਣਾ ਜੀ ਜਾ ਕੇ ਵਾਪਸ ਆ ਗਏ ਸਨ। ਹਾਂਜੀ ਹਾਂਜੀ, ਇੱਥੇ ਰਾਜਨੀਤੀ ਹੈ ਜੀ। ਮਾਫੀ ਮੰਗ ਕੇ ਵਾਪਸ ਆਦਾ, ਸਵੇਰ ਦਾ ਭੁੱਲਿਆ ਸ਼ਾਮੀ ਮਾਫੀ ਮੰਗ ਕੇ ਘਰ ਆ ਸਕਦਾ, ਘਰ ਹੀ ਨਹੀਂ। ਪਰ ਉਹ ਮਾਫੀ ਮੰਗਣੀ ਪਏਗੀ ਔਰ ਸਮਝਣਾ ਪਏਗਾ। ਪਰ ਉਹ ਚਲੋ ਮਤਲਬ ਮੇਰਾ ਫੈਸਲਾ ਨਹੀਂ, ਪਾਰਟੀ ਦੇ ਵੱਡੇ ਲੀਡਰ ਦਾ ਫੈਸਲਾ ਹੈ। ਰਾਜਨੀਤੀ ਸਾਰੇ ਚੈਪਟਰ ਖੁੱਲੇ ਨੇ, ਨਵਜੋਤ ਸਿੰਘ ਸਿੱਧੂ ਵਾਸਤੇ ਸਾਰੇ ਚੈਪਟਰ ਖੁੱਲੇ ਨੇ, ਕਿਉਂਕਿ ਉਹਨਾਂ ਨੇ ਰਾਜਨੀਤੀ ਕਰਨੀ ਹੈ ਤੇ ਉਹ ਵੇਖਣ ਕਿ ਉਹਨਾਂ ਨੂੰ ਕਿੱਥੇ ਸਥਾਨ ਮਿਲਦਾ ਹੈ। ਅਗਰ ਉਹਨਾਂ ਨੂੰ ਕੋਈ ਪ੍ਰੋਮਿਸਿਸ ਕੀਤੇ ਗਏ ਸਨ, ਉਹਨਾਂ ਨੂੰ ਪ੍ਰੋਮਿਸਿਸ ਫੁੱਲਫਿਲ ਨਹੀਂ ਕੀਤੇ ਜਾ ਰਹੇ। ਉਹਨਾਂ ਨੂੰ ਕਿਹਾ ਸੀ ਮੈਂ ਡਿਪਟੀ ਸੀਐਮ ਬਣਾਇਆ ਜਾਏਗਾ, ਨਹੀਂ ਬਣਾਇਆ ਗਿਆ। ਐਂਡ ਕੈਪਟਨ ਹੈਜ਼ ਪ੍ਰੂਵਡ ਟੂ ਬੀ ਮਚ ਮੋਰ ਸਮਾਰਟਰ ਦੈਨ ਨਵਜੋਤ ਸਿੰਘ ਸਿੱਧੂ ਇਨ ਆਲ ਪੁੱਟ ਟੂਗੇਦਰ। ਤੇ ਇਹ ਕੈਪਟਨ ਸਾਹਿਬ ਨੂੰ ਸਲੂਟ ਹੈ ਜੀ। ਕੈਪਟਨ ਸਾਹਿਬ ਦੀ ਵਾਹਵਾਹੀ ਹੈ ਕਿ ਉਹ ਰਾਜਨੀਤੀ ਚ ਕਾਮਯਾਬ ਨੇ, ਆਪਣੀ ਕਾਂਗਰਸ ਦੀ ਰਾਜਨੀਤੀ ਚ ਕਾਮਯਾਬ ਨੇ। ਮਤਲਬ ਉਹਨਾਂ ਦਾ ਤੁਸੀਂ ਕਾਂਗਰਸ ਦੀ ਇੰਟਰਨਲ ਰਾਜਨੀਤੀ ਤੁਸੀਂ ਵੀ ਪ੍ਰਭਾਵਿਤ ਹੋ? ਵੈਸੇ ਤਾਂ ਮੋਦੀ ਜੀ ਵੀ ਉਹਨਾਂ ਦੀ ਤਾਰੀਫ ਕਰ ਚੁੱਕੇ ਨੇ ਕਈ ਵਾਰ। ਨਹੀਂ, ਮੈਂ ਦੇਖੋ, ਮੈਂ ਇੱਕ ਗੱਲ ਬੜਾ ਸਪਸ਼ਟ ਹਾਂ, ਮੈਂ ਕੈਪਟਨ ਸਾਹਿਬ ਦੀ ਪੰਜਾਬ ਦੀ ਨੀਤੀਆਂ ਤੋਂ ਤੇ ਪ੍ਰਭਾਵਿਤ ਨਹੀਂ ਹੈਗਾ। ਜਿਹੜੇ ਪ੍ਰੋਮਿਸਿਸ ਕੀਤੇ ਸਨ, ਪ੍ਰੋਮਿਸ ਇੱਕ ਵੀ ਫੁਲਫਿਲ ਨਹੀਂ ਕਰ ਪਾਏ। ਚਾਹੇ ਉਹ ਨਸ਼ੇ ਦਾ ਸੀ, ਚਾਹੇ ਉਹ ਬੱਚਿਆਂ ਨੂੰ ਫ੍ਰੀ ਮੋਬਾਈਲ ਫੋਨ ਦੇਣਾ ਸੀ, ਚਾਹੇ ਉਹ ਕਿਸਾਨਾਂ ਦੇ ਕਰਜ਼ੇ ਮਾਫ ਦਾ, ਇੱਕ ਵੀ ਨਹੀਂ ਕਰ ਪਾਏ। ਪਰ ਮੈਂ ਇਹ ਜਿਹੜਾ ਇਹਨਾਂ ਇਹ ਕੈਪਟਨ ਸਾਹਿਬ ਦਾ ਇਹ ਟਰਮ ਗਿਆ, ਇਹਨਾਂ ਦੇ ਨੈਸ਼ਨਲਿਜ਼ਮ ਵਾਲੇ ਪੁਆਇੰਟ ਤੋਂ ਮੈਂ ਆਈ ਐਪਰੀਸ਼ੀਏਟ ਦੈਟ। ਮੈਂ ਇਸ ਕਰਕੇ ਕੈਪਟਨ ਸਾਹਿਬ ਨੂੰ ਸ਼ੁਰੂ ਕੀਤਾ ਕਿ ਜਿਹੜਾ ਉਹਨਾਂ ਨੈਸ਼ਨਲਿਸਟ ਪੁਆਇੰਟ ਆਫ ਵਿਊ ਰਿਹਾ, ਉਸ ਤੋਂ ਮੈਂ ਕਹਿੰਦਾ, ਕਿਉਂਕਿ ਦੇਖੋ ਮੈਂ ਹੁਣੇ ਆਖਿਆ ਨਾ, ਟਾਈਮ ਨਾਲ ਆਦਮੀ ਬਦਲਦਾ ਜੀ। ਇਹ ਕੈਪਟਨ ਸਾਹਿਬ ਸਨ ਜਿਹੜੇ ਜਾ ਕੇ ਕੈਨੇਡਾ ਜਾ ਕੇ ਗੁਰਦੁਆਰੇ ਡਿਕਸੀ ਦੇ ਗੁਰਦੁਆਰੇ ਜਾ ਕੇ ਉੱਥੇ ਖੜੇ ਵੀ ਹੋ ਗਏ ਸਨ। ਇਹ ਕੈਪਟਨ ਸਾਹਿਬ ਜਿਹਨੇ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਪਾਸ ਸੀ ਉੱਥੇ ਨਾਲ ਖਲੋਤੇ ਸਨ, ਉਹ ਮਤੇ ਵਿੱਚ ਵੀ ਨਾਲ ਲੈ ਗਏ ਸਨ ਕੈਪਟਨ ਸਾਹਿਬ। ਪਰ ਇਸ ਟਾਈਮ ਵਿੱਚ ਜਿਹੜਾ ਕੈਪਟਨ ਸਾਹਿਬ ਦਾ ਜਿਹੜਾ ਨੈਸ਼ਨਲ ਇੰਟੀਗ੍ਰੇਸ਼ਨ ਦਾ ਉਹ ਜਿਹੜਾ ਉਹ ਜਜ਼ਬਾ ਹੈ, ਉਹ ਠੀਕ ਹੈ। ਪੰਜਾਬ ਦੇ ਮਾਮਲੇ ਚ ਜਿਹੜੇ ਪ੍ਰੋਮਿਸਿਸ ਕੈਪਟਨ ਸਾਹਿਬ ਨੇ ਕੀਤੇ, ਉੱਥੇ ਕੈਪਟਨ ਸਾਹਿਬ ਉੱਥੇ ਬਹੁਤ ਵੱਡਾ ਧੋਖਾ ਕਰ ਬੈਠੇ ਪੰਜਾਬ ਨਾਲ। ਚਲੋ ਉਹਦਾ ਨੁਕਸਾਨ ਪੰਜਾਬ ਨੂੰ ਵੀ ਭੁਗਤਣਾ ਪੈ ਰਿਹਾ, ਕਾਂਗਰਸ ਨੂੰ ਭੁਗਤਣਾ ਪੈ ਰਿਹਾ। ਆਖਰੀ ਸਵਾਲ ਡੇਰਾ ਸਿਰਸਾ ਚੀਫ ਬਾਰੇ ਹੈ, ਡੇਰਾ ਮੁਖੀ ਬਾਰੇ ਹੈ। ਉਹਨਾਂ ਦੀ ਜਿਹੜੀ ਪੈਰੋਲ ਹੋਈ, ਇੱਕ ਤਾਂ ਪੈਰੋਲ ਤੇ ਬਹੁਤ ਤਿੱਖੇ ਰਿਐਕਸ਼ਨ ਆਏ, ਪੈਰੋਲ ਦੇ ਜਥੇਦਾਰ ਅਕਾਲ ਤਖਤ ਵੀ ਬੋਲੇ। ਤੁਸੀਂ ਇਹਨੂੰ ਕਿਵੇਂ ਸਮਝਦੇ ਹੋ? ਦੂਸਰਾ ਹੈ ਵੀ ਜਿਹੜੀ ਬੀਜੇਪੀ ਨੇ ਪਹਿਲਾਂ ਉਹਨਾਂ ਤੋਂ ਮਦਦ ਲਈ ਸੀ, ਕਿ ਹੁਣ ਵੀ ਜਿਹੜੀ ਅਗਲੀਆਂ ਜਿਹੜੀ ਚੋਣਾਂ ਨੇ ਉਹਨਾਂ ਦੇ ਬੀਜੇਪੀ ਉਹਨਾਂ ਦੇ ਮਦਦ ਲਏਗੀ? ਪਹਿਲਾਂ ਪੈਰੋਲ ਬਾਰੇ, ਫਿਰ ਤੁਸੀਂ। ਪਹਿਲੀ ਗੱਲ ਤੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਕਿਸੇ ਬਿਆਨ ਬਾਰੇ ਟਿੱਪਣੀ ਕਰਨਾ ਸਾਡਾ ਕੋਈ ਅਧਿਕਾਰ ਨਹੀਂ। ਪਰ ਇੱਕ ਗੱਲ ਮੈਂ ਜਥੇਦਾਰ ਅਕਾਲ ਤਖਤ ਨੂੰ ਨਿਮਾਣਾ ਸਿੱਖ ਹੋ ਕੇ ਹੱਥ ਜੋੜ ਕੇ ਬੇਨਤੀ ਕਰ ਰਿਹਾ, ਆਪकी जो टिप्पणी करो, पर कृपा करके वो जो 93 लाख रुपए का एड SGPC ने खर्चा सी राम रहीम की माफी तो बाद, ठीक है, ਉਹਦਾ ਹਿਸਾਬ ਵੀ ਮੰਗ ਰਹੇ ਨੇ। ਉਹ 93 ਲੱਖ ਰੁਪਏ ਦਾ ਗੁਰੂ ਦੀ ਗੋਲਕ ਦਾ, ਉਹ ਗੁਰੂ ਦੀ ਸੰਗਤ ਦਾ ਪੈਸਾ ਸੀ। ਕਿਸੇ ਨੇ ਨਿਮਾਣੇ ਸਿੱਖ ਨੇ 10 ਰੁਪਏ 5 ਰੁਪਏ 2 ਰੁਪਏ 1 ਰੁਪਏ 100 ਰੁਪਏ ਪਾਏ ਹੋਣਗੇ ਗੁਰੂ ਦੀ ਗੋਲਕ ਵਿੱਚ, ਉਹ ਗੁਰੂ ਦੇ ਅੱਗੇ ਭੇਟਾ ਕੀਤੀ ਹੋਏਗੀ। ਉਹਦੇ ਚੋਂ 93 ਲੱਖ ਰੁਪਇਆ ਤੁਸੀਂ ਰਾਮ ਰਹੀਮ ਬਾਬੇ ਦੀ ਜਿਹੜੀ ਉਹ ਮਾਫੀ ਕੀਤੀ ਸੀ, ਉਹਦੇ ਕਰਕੇ ਤੁਸੀਂ ਦੇਤੇ ਸੀ। ਮਾਫੀ ਦੇ ਐਡ ਤੇ ਵਿਗਿਆਪਨ ਦਿੱਤਾ ਗਿਆ ਸੀ SGPC ਵੱਲੋਂ। ਹਾਂਜੀ ਹਾਂਜੀ, ਹਾਂ, ਉਹ
टिप्पणी करने तो पहले कृपा करके उत्ते भी हिसाब मंग लेना चाहिए। ठीक है। और टिप्पणी करने तो पहले यह भी हिसाब मंग लेना चाहिए भी वो माफी किदे माफी दिती ते अकाल तख्त साहब ने सी तो वो माफी किदे प्रेशर जाके दिती और क्यों दिती, बहुत बड़ा क्वेश्चन है हाले भी आज तक। ठीक है। और मैं कई बार कह चुका कि 93 लाख का जिन्हें भी की जिन्हें भी किया जिन्हें भी कराया वो बहुत बड़ा दोषी है पंथ का। और जिथे तक राम रीम की गल है वो एक नॉर्मल कोर्स है, चलो पेरोल मिले होना है, पर साड़ा कोई ओदा कोई पॉलिटिकल एजेंडा नहीं है, बिल्कुल 0% पॉलिटिकल एजेंडा है, कोई साड़ा ओदा पॉलिटिकल एजेंडा नहीं है ना ना बीजेपी का कोई अलायंस अगर हुंदा ते जब अरेस्ट किया सानू पता कितना अरेस्ट किया और कितना मतलब कोई लोगों ने क्या नहीं गल नहीं हुई पता जिन्ना 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 जिन्नी हनेरी आई सी जिन्नी हनेरी आई सी उस वेले और कोई सरकार होंदी ते झुक जाती ते कितनी वायलेंस है वायलेंस तो प्रॉपर जवाब दे के अरेस्ट किया सी, यानी कि कोई कम डाउन करता सरकार ने नहीं असं नहीं अरेस्ट कर सकते। पहले सरकार कई हो भी इन्हें जिन्होंने वायलेंस अगे कम डाउन किया इस करके गल नहीं की, परंतु मैं फिर हाथ जोड़ के विनती करांगा जसदार अकाल तख्त साहब को कृपा करके वो 93 लाख का हिसाब जरूर सानू दिओ, कृपा करो, मेहर करो, संगत ते मेहर करो। वो किदे कहते 93 लाख रुपए गुरु दी गोलक का खर्चा कराया वो दसना जरूरी है, वो जानना जरूरी है जी। और रिमोट कंट्रोल केड़ा सी जिन्हें जिहदे बटन दबन ते जसदार अकाल तख्त साहब ने माफी दी, एसजीपीसी ने पैसा खर्चा, वो भी दसना जरूरी है। बहुत मेहरबानी जी आरपी जी। आरपी साहब 96 लाख का हिसाब मंग रहे ने, ਉਹਨਾਂ ਦੇ ਇਸ਼ਾਰੇ ਵੀ ਸਾਫ਼ ਨੇ ਕਿੱਧਰ ਨੇ। सॉरी जी बिफोर यू वाइंड अप एक बेनती होर मैं करना चाहूंगा जसदार अकाल तख्त साहब कृपा करके जरा कन्वर्जन हो रहा है जी बार बार जरा बहुत चुभदा है जी, जरा सिखां दा कन्वर्जन क्रिश्चियनिटी वाल हो रहा है और खास करके बहुत वड्डे पद्धर ते हो रहा है पंजाब, ओदी भी थोड़ी चिंता करन जसदार अकाल तख्त साहब एसजीपीसी नूं कहन कि वो जरा ओदी चिंता करन, जरा धर्म प्रचार का काम है उत्ते जरा जोर लान। राजनीति अपनी जगह है, राजनीति करके नहीं पर ये सिक्खी करके ये दुनिया च पहली बार किधर देखने दुनिया किधर होर नहीं वेखण नूं मिल रहा जिथे एक घट गिनती दूजी घट गिनती नूं कन्वर्ट कर रही जी। एक दुनिया किधर ही नहीं है जी, पर बार बार एक डुगडुगी जी बजती है डुगडुगी कि सानू हिंदू खा जाएंगे, सानू हिंदू खा जाएंगे, सानू हिंदू खा जाएंगे। मैं एक बल्ली साहब एक रिक्वेस्ट होर करांगा, मैनू एक केस दस दो, तुसीं ते इन्ने सियाणे पुराने पत्रकार हो, एक केस दस दो किसी हिंदू ने सिख नूं आख्या तू हिंदू बन जा, पर कहंदे झूठ दा एक मैनू एक केस पंजाब विच दस दो, हिंदुस्तानी दस दो जिथे उल्टा उल्टा काम हुंदा है। उल्टा क्या हुंदा, मैं हिंदू संगठन वेखदा जिहड़ा लोग जिहड़े सिखां नूं वापस घर वापसी करते हैं सिक्खी वाल क्रिश्चियनिटी तो वो केसेस देखने को मिलते हैं, या ਇਹੋ ਜਿਹੇ ਕੇਸਿਸ ਮਿਲਦੇ ਨੇ ਜਿਹੜੇ ਲੋਕੀ ਹਲੇ ਵੀ ਆਪਣੇ ਪਰਿਵਾਰਾਂ ਦੇ ਬੱਚੇ ਸਿੱਖ ਬਣਾਉਂਦੇ ਨੇ। ਹਲੇ ਵੀ ਲੋਕੀ ਮਿਲਦੇ ਨੇ ਮੈਨੂੰ ਕਿ ਅਸੀਂ ਆਪਣਾ ਬੱਚਾ ਸਿੱਖ ਬਣਾਤਾ ਕਿ ਨਹੀਂ, ਅਸੀਂ ਗੁਰੂ ਘਰ ਨੂੰ ਗੁਰੂ ਘਰ ਦੀ ਮਿਹਰ ਨਾਲ ਸਾਡੇ ਕੋਲ ਆਇਆ ਸੀ, ਅਸੀਂ ਇਹਨੂੰ ਸਿੱਖ ਬਣਾ, ਪਰ ਮੈਨੂੰ ਅੱਜ ਤੱਕ ਇਹ ਨਹੀਂ ਮਿਲਿਆ ਜਿਹਨੇ ਕਿਹਾ ਕਿ ਨਹੀਂ ਅਸੀਂ ਕਿਸੇ ਸਿੱਖ ਨੂੰ ਹਿੰਦੂ ਕਰਤਾ ਜੀ। ਔਰ ਇੱਕ ਹੋਰ ਜੱਜਰ ਸਾਹਿਬ ਨੂੰ ਇੱਕ ਹੋਰ ਮੇਰੇ ਵੱਲੋਂ ਰਿਕੁਐਸਟ ਤੁਹਾਡੇ ਕੋਲ ਇੰਨੀ ਵੱਡੀ ਗੱਲ ਹੋ ਰਹੀ ਹੈ, ਕਿਰਪਾ ਕਰਕੇ ਹਿੰਦੂ ਦੀ ਡੈਫੀਨੇਸ਼ਨ ਵੀ ਡਿਫਾਈਨ ਕਰ ਦਿੱਤੀ। ਕੋਈ ਮੈਂ ਸੁਪਰੀਮ ਕੋਰਟ ਦੀ ਡੈਫੀਨੇਸ਼ਨ ਪੜ੍ਹੀ ਹੈ, ਹਿੰਦੂ ਇਜ਼ ਨॉट अ रिलीजन एट ऑल, हिंदू कोई पंथ नहीं है जी, कोई रिलीजन नहीं है जी। वो भी डिफाइन कर दें कि हिंदू की है, जो बार बार कहते नहीं सानू हिंदुओं को खतरा है, वो भी क्लियर कर दें। इस करके बहुत तंग बहुत खेचल जीती। वाहिगुरू जी का खालसा, वाहिगुरू जी की फतेह। बहुत मेहरबानी आरपी सिंह जी ने जवाब मेरे देने सी ते सवाल उन्होंने जथेदार अकाल तख्त नूं काफी कर लेने ते जरूर हाँ उन्होंने जो देखणगे पढ़नगे ते जवाब देणगे जां जे ठीक समझणगे तां ते बहुत मेहरबानी। मैं ते निमाणा सिख होके बेनती की, निमाणा सिख होके बेनती की, मैं जथेदार साहब नूं सवाल करन दी जरूरत नहीं कर सकता। मैं कानू फड़ के कहंदा मैं जथेदार अकाल तख्त नूं सवाल करन दी जरूरत नहीं करता, पर मैं ते सिख होके रिक्वेस्ट कर रहा उन्होंने। शुक्रिया जी, बहुत बहुत मेहरबानी, थैंक यू। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।